ਕਿ ਜੇ ਬ੍ਰਾਹਮਣ ਦੇ ਚੌਂਕੇ ਗਲਤੀ ਦੇ ਨਾਲ ਦਲਿਤ ਚਲੇ ਜੇ, ਔਰਤ ਜਾਂ ਮਰਦ, ਉਹ ਕਹਿਣਗੇ ਸਾਰਾ ਇੰਪਿਓਰ ਹੋ ਗਿਆ, ਘੱਟ ਬਹੁਤ ਖਰਾਬ ਹੋ ਗਿਆ, ਮਤਲਬ ਪਿੱਟਿਆ ਗਿਆ। ਫਿਰ ਉਹਨੂੰ ਸਾਫ਼ ਕਰਨ ਲਈ, ਉਸ ਦੀ ਪਿੱਠ ਨੂੰ ਦੂਰ ਕਰਨ ਲਈ ਕੀ ਕਰਦੇ ਆ? ਗਾਂ ਦਾ ਗੋਹੇ ਦਾ ਲੇਪ ਕਰਦੇ ਆ। ਜਾਣੀ ਇਨਸਾਨ ਨੂੰ ਦੱਸਿਆ ਜਾਂਦਾ ਕਿ ਤੇਰੀ ਕੀ ਔਕਾਤ ਆ, ਤੂੰ ਇੱਥੇ ਆ ਗਿਆ, ਤੇਰੇ ਨਾਲੋਂ ਸਾਫ਼ ਸੁੰਦਰ ਤੇ ਸਾਡੇ ਗਾਂ ਦਾ ਜਿਹੜੀ ਰੱਖੀ ਆ ਉਹਦਾ ਗੋਹਾ ਆ, ਉਹਦਾ ਮੂਤ ਆ। ਜਾਨਵਰਾਂ ਨਾਲੋਂ ਵੀ ਥੱਲੇ, ਜਿੰਨਾ ਤੁਸੀਂ ਜਾਨਵਰਾਂ ਨੂੰ ਚਾਰਾ ਫੀਡ ਦਿੰਦੇ ਆ ਉਹਦੇ ਨਾਲੋਂ ਵੀ ਘੱਟ ਅਸੀਂ ਆਪਣੇ ਮਜ਼ਦੂਰਾਂ ਨੂੰ ਦਿੰਦੇ ਹਾਂ। ਜਾਣੀ ਉਹ ਘਰ 'ਚ ਤਿੰਨਾਂ ਹੀ ਨਿਆਣਿਆਂ ਦਾ ਕੰਮ ਕਰਦੀ ਸਵੇਰ ਤੋਂ ਸ਼ਾਮ ਤੱਕ। ਉਹ ਜਿਹੜਾ ਬਾਹਰ ਗਿਆ ਆ ਬੰਦਾ, ਉਸ ਦਾ ਵੀ ਜਾਣੀ ਸਾਰੇ ਕੰਮ ਕਰਦੀ ਆ, ਕੱਪੜੇ ਧੋਂਦੀ ਆ, ਘਰ ਨੂੰ ਮੇਨਟੇਨ ਕਰਦੀ ਆ। ਉਹਦੇ ਬਾਵਜੂਦ ਉਹਨੂੰ ਇਹ ਸਿਖਾਤਾ ਗਿਆ ਵਿਚਾਰਧਾਰਕ ਤੌਰ ਤੇ ਕਿ ਤੇਰਾ ਕੰਮ ਕੰਮ ਨਹੀਂ, ਮੇਰਾ ਕੰਮ ਕੰਮ। ਔਰਤ ਦੀ ਤੇ ਔਰਤ ਸਿਰ ਦਾ ਤਾਜ ਹੋਣੀ ਚਾਹੀਦੀ ਆ। ਉਸ ਨੂੰ ਵੀ ਸਾਡੇ ਦੇਸ਼ ਦੇ ਵਿੱਚ ਦਲਿਤਾਂ ਵਾਂਗੂ ਹੀ ਐਕਸਕਲੂਡ ਕਰਕੇ ਰੱਖਿਆ ਵੀ ਇਹਦਾ ਕੰਮ ਕੰਮ ਨਹੀਂ। ਇਹੀ ਦਲਿਤਾਂ ਦੇ ਪ੍ਰਤੀ ਐਟੀਟਿਊਡ ਹੈ। ਕੱਲੇ ਮੰਦਰਾਂ 'ਚ ਹੀ ਨਾ ਪੈਰ ਧੋਵੋ, ਜਾਣੀ ਅਸਲ ਮਾਨਿਆਂ 'ਚ ਵੀ ਉਹਦਾ ਕੁਝ ਕਰ ਦਿਆ ਕਰੋ। ਜਿਹੜੀ ਲਹੂ ਮਾਸ ਹੱਡ ਮਾਸ ਦੀ ਦੇਵੀ ਆ, ਉਹਦੀ ਵੀ ਕੋਈ ਇੱਜ਼ਤ ਕਰਨੀ, ਸੇਵਾ ਕਰਨੀ। ਕੱਲਾ ਮੰਦਰਾਂ 'ਚ ਸਜਾ ਕੇ ਆਪਣਾ ਇਹ ਨਾ ਸਮਝੋ ਕਿ ਤੁਹਾਡੇ ਕਰਮ ਪੂਰੇ ਹੋ ਗਏ ਆ। ਜੋ ਸਿਰ ਨੀਵਾਂ ਕਰਾਉਂਦਾ ਸਾਡੇ ਦੇਸ਼ ਦਾ ਸਿਸਟਮ, ਸੋਸ਼ਲ ਸਿਸਟਮ, ਨਫ਼ਰਤ, ਇਸ ਕਿਸਮ ਦਾ ਜਾਤੀਗਤ ਵਿਤਕਰਾ, ਉਹ ਤੇ ਮਤਲਬ ਸਾਡੇ ਕੋਲ ਕੋਈ ਉਹਦਾ ਡਿਫੈਂਸ ਨਹੀਂ ਹੈਗਾ। ਮੈਂ ਕੈਲਕੂਲੇਟ ਕੀਤਾ ਕਿ ਇੱਕ ਪ੍ਰੋਫੈਸਰ ਦੀ ਐਵਰੇਜ ਸੈਲਰੀ ਦਾ, ਜਿਹੜਾ ਯੂਨੀਵਰਸਿਟੀ ਦਾ ਟੀਚਰ ਕਹਿ ਲਓ, ਤੇ ਇੱਕ ਅਨਸਕਿਲਡ ਲੇਬਰ ਦਾ 25 ਤੋਂ 30 ਗੁਣਾ ਫਰਕ। ਬੜਾ ਆਪਣਾ ਇਸ ਦੇਸ਼ਵਾਸੀ ਦੇ ਜਿੱਥੇ ਮੈਨੂੰ ਹੋਣ ਦਾ ਮਾਣ ਹੈ। ਮੇਰੇ ਕੋਲ ਖੁਦ ਗ੍ਰੀਨ ਕਾਰਡ ਸੀ ਅਮਰੀਕਾ ਦਾ, ਮੈਂ ਅੱਜ ਤੱਕ ਦੁਬਾਰਾ ਨਹੀਂ ਗਿਆ। ਮੈਂ ਉੱਥੇ ਪਾੜ ਕੇ ਸੁੱਟਿਆ ਕਿ ਆਪਣੇ ਦੇਸ਼ 'ਚ ਰਹਿਣਾ। ਜੇ ਮੈਂ ਕ੍ਰਿਟੀਸਾਈਜ਼ ਕਰਦਾ ਤੇ ਇਹ ਨਹੀਂ ਕਿ ਮੈਂ ਦੇਸ਼ ਭਗਤ ਘੱਟ ਹਾਂ। ਭਾਵੇਂ ਕੋਈ ਜੁੱਤੀ ਗੰਢਦਾ ਤੇ ਭਾਵੇਂ ਕੋਈ ਸੋਨੇ ਦਾ ਕੰਮ ਕਰਦਾ, ਉਹਦੇ 'ਚ ਊਚ ਨੀਚ ਕਿੱਥੋਂ ਆ ਗਈ ਬਈ? ਉਹ ਤੇ ਕੰਮ ਹੀ ਆ ਨਾ। ਇਹਨਾਂ ਨੂੰ ਸਮਾਜ ਦਾ ਹਿੱਸਾ ਨਹੀਂ। 25% 23 ਤੋਂ 25% ਲੋਕਾਂ ਨੂੰ ਇਨਸਾਨ ਨਹੀਂ ਸਮਝਦੇ। ਇਹਦਾ ਮਤਲਬ ਸਿੱਖੀ ਨੇ ਵੀ ਇਨ ਪ੍ਰਿੰਸੀਪਲ ਕੋਸ਼ਿਸ਼ ਕੀਤੀ ਕਿ ਇਹ ਕੋਡ ਜਿਹੜਾ ਜਾਤੀ ਦਾ ਤੋੜਿਆ ਜਾਏ। ਉਹ ਆਪ ਟੁੱਟ ਗਏ ਅੰਦਰੋਂ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਦੋਂ ਵੀ ਅਸੀਂ ਵਿਕਸਿਤ ਦੇਸ਼ ਦੀ ਗੱਲ ਕਰਦੇ ਹਾਂ, ਕਲਪਨਾ ਕਰਦੇ ਹਾਂ, ਤਾਂ ਅਕਸਰ ਹੀ ਜ਼ਿਹਨ ਦੇ ਵਿੱਚ ਆਰਥਿਕ ਤੇ ਰਾਜਨੀਤਿਕ ਪੱਖ ਸਾਹਮਣੇ ਆਉਂਦੇ ਨੇ। ਲੇਕਿਨ ਇੱਕ ਦੇਸ਼ ਉਦੋਂ ਹੀ ਵਿਕਾਸ ਕਰਦਾ ਹੈ ਜਦੋਂ ਆਰਥਿਕ, ਰਾਜਨੀਤਿਕ ਤੇ ਸਮਾਜਿਕ ਪੱਖੋਂ ਉਸ ਦੇਸ਼ ਦੇ ਵਿੱਚ ਲੋਕਾਂ ਨੂੰ ਸਮਾਨਤਾ ਮਿਲੇ ਤੇ ਨਿਆਂ ਮਿਲੇ। ਅੱਜ ਹੈ ਸੋਸ਼ਲ ਜਸਟਿਸ ਦਾ ਇੰਟਰਨੈਸ਼ਨਲ ਡੇ, ਯਾਨੀ ਕਿ ਸਮਾਜਿਕ ਨਿਆਂ ਦਾ ਅੰਤਰਰਾਸ਼ਟਰੀ ਦਿਹਾੜਾ। ਦਿਹਾੜੇ ਅਕਸਰ ਉਦੋਂ ਹੀ ਮਨਾਏ ਜਾਂਦੇ ਨੇ ਜਦੋਂ ਕੋਈ ਨਾ ਕੋਈ ਕਮੀ ਪੇਸ਼ੀ ਹੁੰਦੀ ਹੈ। ਤੇ ਅੱਜ ਅਸੀਂ ਸੋਸ਼ਲ ਜਸਟਿਸ ਦੇ ਬਾਰੇ, ਕਿ ਆਖਿਰ ਸਮਾਜਿਕ ਨਿਆਂ ਹੁੰਦਾ ਕੀ ਹੈ ਤੇ ਕਿਵੇਂ ਦੇਸ਼ ਦੇ ਵਿਕਾਸ ਦੇ ਵਿੱਚ ਇਸ ਦਾ ਮਹੱਤਵ ਹੁੰਦਾ ਹੈ, ਇਸ ਦੇ ਬਾਰੇ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ। ਪ੍ਰੋਫੈਸਰ ਮਨਜੀਤ ਸਿੰਘ ਨੂੰ ਤੁਸੀਂ ਅਕਸਰ ਹੀ ਰਾਜਨੀਤਿਕ ਮੁੱਦਿਆਂ ਤੇ ਬੇਬਾਕੀ ਦੇ ਨਾਲ ਗੱਲ ਕਰਦੇ ਸੁਣਿਆ ਹੈ, ਪਰ ਉਹ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਸਮਾਜ ਨੂੰ ਬਹੁਤ ਹੀ ਨੇੜੇ ਦੇ ਤੱਕਿਆ ਹੋਏਗਾ। ਇਸ ਲਈ ਅਸੀਂ ਗੱਲ ਕਰਾਂਗੇ ਸਮਾਜਿਕ ਨਿਆਂ ਦੀ। ਪ੍ਰੋਫੈਸਰ ਮਨਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਸਰ ਇਹ ਦੱਸੋ ਕਿ ਸਮਾਜਿਕ ਨਿਆਂ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਤਾਂ ਇਸ ਦਾ ਅਰਥ ਕੀ ਹੁੰਦਾ ਹੈ ਤੇ ਸਮਾਜਿਕ ਨਿਆਂ ਵਿੱਚ ਅਸੀਂ ਕਿਹੜੇ ਪੱਖਾਂ ਨੂੰ, ਕਿਹੜੇ ਪਹਿਲੂਆਂ ਨੂੰ ਸ਼ਾਮਿਲ ਕਰਦੇ ਹਾਂ? ਦੇਖੋ, ਇਹ ਜਿਹੜਾ ਸਮਾਜ ਆ ਇਹ ਬਹੁਤ ਇਹੋ ਜਿਹੀਆਂ ਚੀਜ਼ਾਂ 'ਚ ਬੱਝਿਆ ਹੋਇਆ ਕਿ ਅਸੀਂ ਵੇਖਣ ਨੂੰ ਤੇ ਫਰੀ ਲੱਗਦੇ ਹਾਂ ਪਰ ਕਿਤਿਓਂ ਵੀ ਫਰੀ ਹੁੰਦੇ ਨਹੀਂ ਅਸੀਂ ਜੀ। ਇਸ ਕਰਕੇ ਇਹ ਬੜਾ ਸਾਫ਼ ਹੈਗਾ ਆ
ਕਿ ਜੇ ਅਸੀਂ ਜਿਸ ਤਰ੍ਹਾਂ ਹਰ ਰੋਜ਼ ਇੱਕ ਭਾਸ਼ਾ ਬੋਲਦੇ ਹਾਂ, ਇੱਕ ਰਿਦਮ 'ਚ ਹੁੰਦੇ ਹਾਂ, ਆਪਣੇ ਆਪਣੇ ਕੰਮਾਂ ਕਾਜਾਂ 'ਤੇ ਜਾਂਦੇ ਹਾਂ, ਤਾਂ ਇੱਕ ਸਿਸਟਮ ਦੇ ਤਹਿਤ ਕੀ ਕਰਨਾ, ਕੀ ਨਹੀਂ ਕਰਨਾ, ਕੀ ਮਾੜਾ, ਕੀ ਚੰਗਾ, ਸਾਨੂੰ ਇਹ ਬਚਪਨ ਤੋਂ ਸਾਡੀ ਮਾਂ ਸਿਖਾ ਦਿੰਦੀ ਹੈ। ਪਰ ਇਹ ਜਿਹੜਾ ਸਿਸਟਮ ਹੁੰਦਾ, ਜਿਹੜਾ ਸਟਰਕਚਰ ਹੁੰਦਾ, ਉਹਦੇ ਇਨਬਿਲਟ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਬਣ ਜਾਂਦੀਆਂ ਜਿਹੜੀਆਂ ਕਿਸੇ ਵੇਲੇ ਤੇ ਸੁੱਖ ਸੁਵਿਧਾ ਲਈ ਬਣਾਈਆਂ ਹੁੰਦੀਆਂ, ਜਿਵੇਂ ਪਰਿਵਾਰ ਹੀ ਹੈ। ਹੁਣ ਪਰਿਵਾਰ ਦੇ ਅੰਦਰ ਜੋ ਪਰਿਵਾਰ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ, ਤੇ ਜੋ ਪਰਿਵਾਰ ਦੇ ਅੰਦਰ ਜ਼ੁਲਮ ਹੁੰਦੇ ਆ, ਬੱਚਿਆਂ ਨਾਲ ਧੱਕਾ ਹੁੰਦਾ, ਔਰਤਾਂ ਨਾਲ ਧੱਕਾ ਹੁੰਦਾ, ਹਰ ਕਿਸਮ ਦੀ ਉਹਦੇ ਵਿੱਚ ਅਨਿਆਂ ਦਾ ਤੁਹਾਨੂੰ ਦਿਖੂਗਾ। ਤੇ ਇੱਕ ਪਾਸੇ ਪਰਿਵਾਰ ਜ਼ਰੂਰਤ ਹੈ ਔਰ ਉਹਦਾ ਫਾਇਦੇ ਵੀ ਹੈ, ਦੂਜੇ ਪਾਸੇ ਪਰਿਵਾਰ ਜਿਹੜਾ ਉਹ ਧੱਕੇ ਦਾ ਕਾਰਨ। ਇਸੇ ਕਰਕੇ ਵੈਸਟ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪਰਿਵਾਰ ਟੁੱਟਿਆ ਵੀ ਹੈ ਔਰ ਜਾਂ ਅਲੱਗ-ਅਲੱਗ ਕਿਸਮ ਦਾ ਪਰਿਵਾਰ ਬਣ ਗਿਆ, ਜਿਹਦੇ ਵਿੱਚ ਸਿੰਗਲ ਪੇਰੈਂਟ ਫੈਮਿਲੀ ਤੀਜਾ ਹਿੱਸਾ ਤੇ ਹੋਈ ਆ, ਤੀਜਾ ਹਿੱਸਾ ਅਣਵਿਆਹੇ ਆ, ਉਂਝ ਹੀ ਰਹੀ ਜਾਂਦੇ ਆ ਕਿ ਕੋਈ ਕਿਸੇ ਨੂੰ ਵੀ ਰੱਸਾ ਨਾ ਪਾ ਸਕੇ, ਤੇ ਤੀਜਾ ਹਿੱਸਾ ਜਿਨ੍ਹਾਂ ਨੇ ਰੱਸਾ ਪਾਇਆ। ਇਹ ਕਾਰਨ ਕੀ ਹੈ? ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਾ ਕਿ ਇਹ ਜਿਹੜੀ ਸੰਗਲ ਅਸੀਂ ਚਾਰੇ ਆਪਣੇ ਪਾਸੇ ਬੰਦੇਜ ਪਾਉਂਦੇ ਹੈਗੇ, ਇਹਦੇ ਨਾਲ ਸਾਨੂੰ ਸੁੱਖ ਸੁਵਿਧਾ ਮਿਲਦੀ, ਪਰ ਉਹੀ ਬੰਦੇਜ ਕਈ ਵਾਰੀ ਥੱਲੇ ਧਰਾਤਲ 'ਤੇ ਪਰਿਸਥਿਤੀਆਂ ਬਦਲਣ ਤੋਂ ਬਾਅਦ ਉਹ ਬੰਦੇਜ ਜਿਹੜਾ ਬਣ ਜਾਂਦਾ ਤੁਹਾਡੇ ਲਈ ਚੀਨ ਸੰਗਲ, ਔਰ ਤੁਹਾਨੂੰ ਚੱਲਣ ਨਹੀਂ ਦਿੰਦਾ, ਤੁਹਾਨੂੰ ਐਕਸਪ੍ਰੈਸ ਨਹੀਂ ਕਰਨ ਦਿੰਦਾ, ਤੁਹਾਡੀ ਆਵਾਜ਼ ਨੂੰ ਨਹੀਂ ਉੱਠਣ ਦਿੰਦਾ, ਤੁਹਾਨੂੰ ਜੀਣ ਨਹੀਂ ਦਿੰਦਾ, ਤਾਂ ਫਿਰ ਉਸ ਟੁੱਟਦਾ, ਸਿਸਟਮ ਟੁੱਟਦਾ। ਸਮਾਜ ਦੇ ਅੰਦਰ ਵੀ ਮੈਂ ਤਾਂ ਛੋਟੀ ਐਗਜ਼ਾਮਪਲ ਲੈ ਕੇ ਦੱਸਿਆ, ਸਮਾਜ ਦੇ ਅੰਦਰ ਵੀ ਇਸੇ ਤਰੀਕੇ ਨਾਲ। ਹੁਣ ਦੇਖੋ, ਇੱਕ ਸੋਸ਼ਲ ਡਿਵੀਜ਼ਨ ਆਫ ਲੇਬਰ ਜਿਹਨੂੰ ਕਹਿੰਦੇ ਆ, ਸਮਾਜ ਦੇ ਵਿੱਚ ਹਰ ਬੰਦਾ ਅਲੱਗ-ਅਲੱਗ ਕੰਮ ਕਰਦਾ ਹੈਗਾ। ਦੇਖੋ ਘਰ 'ਚ ਵੀ ਇੰਝ ਹੀ ਹੈ, ਕੋਈ ਰੋਟੀ ਪਕਾਉਂਦਾ, ਕੋਈ ਬਰਤਨ ਸਾਫ਼ ਕਰਦਾ, ਕੋਈ ਕੁਝ ਕਮਾਉਂਦਾ, ਕੋਈ ਬੱਚੇ ਪੜ੍ਹਦੇ, ਇਹ ਸਾਰਾ ਕੁਝ ਕੰਮ ਚੱਲਦਾ। ਇਸੇ ਤਰ੍ਹਾਂ ਸਮਾਜ ਦੇ ਅੰਦਰ ਵੀ ਆ, ਜੇ ਸਾਡੇ ਵੀ ਦੇਸ਼ ਦੇ ਵਿਦੇਸ਼ਾਂ 'ਚ ਵੀ ਹੈ, ਸਾਡੇ 'ਚ ਵੀ ਆ, ਪਰ ਸਾਡੇ ਇੱਕ ਅਲੱਗ ਪ੍ਰਕਿਰਿਆ ਇਹ ਚੱਲੀ ਕਿ ਜਿਹੜੀ ਸੋਸ਼ਲ ਡਿਵੀਜ਼ਨ ਆਫ ਲੇਬਰ ਜਿਹਨੂੰ ਕਹਿੰਦੇ, ਸਮਾਜਿਕ ਅਲੱਗ-ਅਲੱਗ ਕਿਸਮ ਦੇ ਲੇਬਰਰਸ ਹੈਗੇ। ਇੱਥੇ ਅੰਬੇਦਕਰ ਜੀ ਨੇ ਮੈਨੂੰ ਕਿਹਾ ਸੀ, ਬੜਾ ਚੰਗਾ ਲੱਗਿਆ, ਕਿ ਜਿੱਥੇ ਵੈਸਟ ਦੇ ਵਿੱਚ ਅਮਰੀਕਾ ਜਾਂ ਹੋਰ ਜਗ੍ਹਾ 'ਤੇ ਸੋਸ਼ਲ ਡਿਵੀਜ਼ਨ ਆਫ ਲੇਬਰ ਹੈਗੀ ਵੀ ਜਾਣੀ ਹਰ ਕੋਈ ਨਾ ਕੋਈ ਕੰਮ ਕਰੂਗਾ, ਕੋਈ ਜਾਣੀ ਸਮਾਜ ਦੇ ਵਿੱਚ ਬਰਤਨ ਬਣਾਉਂਦਾ, ਕੋਈ ਠਠਿਆਰ ਭਾਂਡੇ ਬਣਾਉਂਦਾ, ਕੋਈ ਸੁਨਿਆਰ ਮੋਚੀ ਜੁੱਤੀਆਂ ਦਾ ਕੰਮ ਕਰਦਾ, ਤਰਖਾਣਾ ਕੰਮ ਕਰਦਾ, ਲੁਹਾਰਾ ਕੰਮ ਕਰਦਾ, ਨਾਈ ਆਪਣਾ ਕੰਮ ਕਰਦਾ। ਪਰ ਇਹ ਸਾਰੇ ਕੰਮ ਜਿਹੜੇ ਆ ਇੱਕ ਬਰਾਬਰ ਦੇ ਇਹ ਜਿਹੜੇ ਕੰਮ ਹੈਗੇ, ਇਹਦੇ 'ਚ ਕਿਸੇ ਕਿਸਮ ਦਾ ਉਹ ਨਹੀਂ ਹੈਗਾ ਕਿ ਇਹ ਕੰਮ ਉੱਚਾ ਤੇ ਆਹ ਕੰਮ ਨੀਵਾਂ। ਪਰ ਸਾਨੂੰ ਜੇ ਦੇਖਿਆ ਜਾਵੇ ਤੇ ਸਾਡੇ ਸਮਾਜ ਦੇ ਅੰਦਰ ਉਹੀ ਜਿਹੜੀ ਸੋਸ਼ਲ ਡਿਵੀਜ਼ਨ ਆਫ ਲੇਬਰ ਜਿਹਨੂੰ ਕਹਿੰਦੇ ਆ, ਸਮਾਜਿਕ ਕੰਮ ਵੰਡ, ਸਮਾਜਿਕ ਕੰਮ ਵੰਡ, ਜਿਹੜਾ ਮੈਨੂੰ ਸ਼ਬਦ ਨਹੀਂ ਸੀ ਆ ਰਿਹਾ ਕਿਉਂਕਿ ਅੰਗਰੇਜ਼ੀ 'ਚ ਜ਼ਿਆਦਾ ਪੜ੍ਹਦੇ ਰਹਿੰਦੇ ਆ, ਉਹ ਸਮਾਜਿਕ ਕੰਮ ਵੰਡ। ਤੇ ਭਾਵੇਂ ਕੋਈ ਜੁੱਤੀ ਗੰਢਦਾ ਤੇ ਭਾਵੇਂ ਕੋਈ ਸੋਨੇ ਦਾ ਕੰਮ ਕਰਦਾ, ਉਹਦੇ 'ਚ ਊਚ ਨੀਚ ਕਿੱਥੋਂ ਆ ਗਈ ਬਈ? ਉਹ ਤੇ ਕੰਮ ਹੀ ਆ ਨਾ। ਸਾਡੇ ਦੇਸ਼ ਦੇ ਵਿੱਚ ਜਿਹੜਾ ਤੁਸੀਂ ਮੁੱਦਾ ਰੱਖ ਰਹੇ ਆ, ਸਭ ਤੋਂ ਅਹਿਮ ਮੁੱਦਾ ਹੀ ਇਹ ਹੈ, ਬਿਲਕੁਲ, ਸਮਾਜਿਕ ਨਿਆਂ ਦਾ। ਮੈਂ ਹੁਣ ਇੱਥੇ ਆਉਣ ਲੱਗਾ, ਬਿਲਕੁਲ, ਕਿਉਂ? ਇੱਕ ਸਾਡਾ ਹੀ ਦੇਸ਼ ਹੈ ਜਿੱਥੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਸਪੈਸੀਫਿਕਲੀ ਇੱਕ ਮਿਨਿਸਟਰੀ ਬਣਾਈ ਆ ਪਹਿਲਾਂ ਉਹਨੂੰ, ਹਾਂ, ਉਹਦਾ ਨਾਂ ਹੈ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ, ਮਤਲਬ ਸਮਾਜਿਕ ਨਿਆਂ ਦੀ ਮਿਨਿਸਟਰੀ। ਔਰ ਜਿਹੜੇ ਸਸ਼ਕਤ ਨਹੀਂ ਹੋਏ ਸੈਕਸ਼ਨ, ਜਿਹੜੇ ਹਾਸ਼ੀਆਗ੍ਰਸਤ ਸੈਕਸ਼ਨ ਹੈਗੇ, ਉਹਦੇ 'ਚ ਔਰਤਾਂ ਆ, ਬੱਚੇ ਆ, ਮਾਈਗ੍ਰੈਂਟ ਲੇਬਰ ਵੀ ਕਹਿ ਲਓ ਤੁਸੀਂ, ਕਿਉਂਕਿ ਨਵੀਂ ਜਗ੍ਹਾ 'ਤੇ ਆਉਂਦੇ ਆ ਅਤੇ ਉਹਨਾਂ ਨੂੰ ਨਹੀਂ ਪੂਰਾ ਸਥਾਨ ਮਿਲਦਾ। ਇਸੇ ਤਰੀਕੇ ਨਾਲ ਖਾਸ ਕਰਕੇ ਜਿਹੜੇ ਸਾਡੇ ਸ਼ਡਿਊਲਡ ਕਾਸਟ, ਜਿਨ੍ਹਾਂ ਨੂੰ ਆਪਾਂ ਅਨੁਸੂਚਿਤ ਜਾਤੀਆਂ ਕਹਿੰਦੇ ਆ ਅਤੇ ਜਨਜਾਤੀਆਂ ਕਹਿੰਦੇ, ਇਹ ਸਾਰੇ ਇਸੇ ਕਰਕੇ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ ਸੰਵਿਧਾਨ ਦੇ ਵਿੱਚ ਕਿ ਇਹਨਾਂ ਨੂੰ ਇੱਕ ਅਲੱਗ ਚੈਨਲ 'ਚ ਖੜਾ ਕੀਤਾ ਜਾਊ। ਇਹ ਬਰਾਬਰ ਬਾਕੀ ਦਿਆਂ ਦੇ ਬਰਾਬਰ ਨਾ ਹੋਣ ਕਰਕੇ ਮੁਕਾਬਲੇ 'ਚ ਨਹੀਂ ਆ ਸਕਦੇ। ਮੁਕਾਬਲੇ 'ਚ ਰੱਖੋਗੇ ਜੋ ਅੱਜ ਦੇ ਦਿਨ 'ਚ ਮੋਦੀ ਕਰ ਰਿਹਾ, ਉਹ ਸਾਰਿਆਂ ਨੂੰ ਇਕੁਅਲ ਮੁਕਾਬਲੇ 'ਚ ਕਰ ਰਿਹਾ। ਇਹਦਾ ਮਤਲਬ ਆ ਕਿ ਆਉਣ ਵਾਲੇ ਸਮੇਂ 'ਚ ਜਿੰਨੀਆਂ ਰਿਜ਼ਰਵੇਸ਼ਨ ਹੈ ਉਹ ਖਤਮ ਹੋ ਜਾਣਗੀਆਂ, ਔਰ ਜਿਹੜਾ ਮਰਦਾ ਉਹ ਮਰੀ ਜਾਵੇ, ਜਿਹੜਾ ਤਕੜਾ ਹੋਰ ਤਕੜਾ ਹੋਈ ਜਾਊਗਾ, ਔਰ ਗੈਪ ਲੋਕਾਂ 'ਚ ਵਧੂਗਾ, ਅਤੇ ਸਮਾਜਿਕ ਅਨਿਆਂ ਦੇ ਇੱਥੇ ਅੰਬਾਰ ਲੱਗ ਜਾਣਗੇ। ਪਹਿਲਾਂ ਹੀ ਬਹੁਤ ਹੈਗਾ, ਹੋਰ ਲੱਗ ਜਾਣਗੇ। ਇਹ ਅੱਜ ਦਾ ਖਤਰਾ ਆ। ਇਹ ਮਿਨਿਸਟਰੀ ਬਣਾਉਣੀ ਇਸ ਕਰਕੇ ਬਈ ਆ ਕਿਉਂਕਿ ਸਾਡੇ ਅਨਿਆਂ ਬਹੁਤ ਜ਼ਿਆਦਾ, ਤਾਂ ਕਿ ਉਹ ਧਿਆਨ ਦੇ, ਪਰ ਉਹ ਕਰਦੇ ਨਹੀਂ ਹੈਗੇ ਕਿਉਂਕਿ ਸਰਕਾਰੀ ਮਿਨਿਸਟਰੀ ਆ, ਉਹਨਾਂ 'ਤੇ ਆਪਣੇ ਸੁੱਖ ਸਹੂਲਤਾਂ ਦੇਖਣੀਆਂ ਆ, ਉਹ ਤੇ ਮਿਨਿਸਟਰੀ ਦੇ ਨਾਂ 'ਤੇ ਆਪਣੀਆਂ ਤਨਖਾਹਾਂ ਇਕੱਠੀਆਂ ਕਰਦੇ ਆ। ਥੱਲੇ ਅਨਿਆਂ ਘਟਿਆ ਨਹੀਂ, ਵਧਿਆ ਹੀ ਹੈਗਾ, ਕਿਸੇ ਵੀ ਰੂਪ ਦਾ ਹੋਵੇ, ਖਾਸ ਕਰ ਜਿਹੜਾ ਜਾਤੀਗਤ ਹੈਗਾ ਉਹ ਅਨਿਆਂ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਸਿਰਫ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਅੱਜ ਵੀ
ਸਲੇਵ ਸਿਸਟਮ ਦੇ ਗੁਲਾਮਦਾਰੀ ਵਾਂਗੂ ਉਹਦੇ ਨਾਲੋਂ ਵੀ ਜ਼ਿਆਦਾ ਭਿਆਨਕ, ਗੁਲਾਮਦਾਰੀ ਨਾਲੋਂ ਵੀ ਜ਼ਿਆਦਾ ਭਿਆਨਕ ਵਿਕਰਾਲ ਰੂਪ ਇੱਥੇ ਦੇ ਜਾਤੀਗਤ ਸੰਸਥਾ ਦਾ ਹੈਗਾ। ਬਿਲਕੁਲ ਸਰ, ਮੇਰਾ ਵੀ ਇਹੀ ਸਵਾਲ ਸੀ ਤੁਹਾਡੇ ਨਾਲ ਕਿ 21ਵੀਂ ਸਦੀ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਅਸੀਂ ਵਿਕਸਿਤ ਹੋਣਾ ਚਾਹੁੰਦੇ ਹਾਂ, ਅਸੀਂ ਟੈਕਨੋਲੋਜੀ ਦੇ ਲਈ ਅਸੀਂ ਅਮਰੀਕਾ ਨੂੰ ਦੇਖਦੇ ਹਾਂ, ਚਾਈਨਾ ਨੂੰ ਦੇਖਦੇ ਹਾਂ, ਬ੍ਰਿਟੇਨ ਨੂੰ ਦੇਖਦੇ ਹਾਂ, ਫਿਰ ਅਸੀਂ ਜਾਤੀ ਦੇ ਆਧਾਰ 'ਤੇ ਹਜੇ ਵੀ ਭਾਰਤ ਦੇ ਵਿੱਚ ਇੰਨੀ ਵੰਡ ਪਾਈ ਜਾਂਦੀ ਹੈ। ਧਰਮ, ਜਾਤੀ ਦੇ ਆਧਾਰ 'ਤੇ ਅਸੀਂ ਕਿਸੇ ਨੂੰ ਨੀਵਾਂ ਦਿਖਾ ਦਿੰਦੇ ਹਾਂ। ਇਸ ਦੇ ਪਿੱਛੇ ਕਾਰਨ ਕੀ ਹੈ ਕਿ ਅਸੀਂ ਆਪਣੀ ਸੋਚ ਨਹੀਂ ਵਿਕਸਿਤ ਕਰ ਪਾਏ, ਜਾਂ ਰਾਜਨੀਤੀ ਗਲਿਆਰਿਆਂ ਦੇ ਵਿੱਚ ਜੋ ਹਲਚਲ ਹੁੰਦੀ ਹੈ ਉਹ ਜਾਣ-ਬੂਝ ਕੇ ਜਾਤੀ ਦੇ ਆਧਾਰ 'ਤੇ ਵੰਡ ਪਵਾ ਕੇ ਰੱਖਦੇ ਨੇ? ਕੀ ਕਾਰਨ ਹੈ, ਤੁਹਾਨੂੰ ਕੀ ਲੱਗਦਾ ਹੈ? ਦੇਖੋ, ਮੈਨੂੰ ਖੁਦ ਨਹੀਂ ਸੀ ਸਮਝ ਪੈਂਦੀ ਵੀ ਜਾਤੀ ਦੀ ਜਕੜ ਇੰਨੀ ਜ਼ਬਰਦਸਤ ਜਕੜ ਹੈ ਕਿਵੇਂ। ਜੀ, ਬੁੱਧ ਧਰਮ ਨੇ ਇੱਥੇ ਜਾਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜੀ, ਤੇ ਜਿਹੜੇ ਉਹਦੇ ਵਿਰੋਧੀ ਸੀ ਉਹਨਾਂ ਨੇ ਬੁੱਧ ਧਰਮ ਨੂੰ ਤੇ ਇੱਥੋਂ ਖਤਮ ਕੀਤਾ, ਬਾਹਰ ਜਾ ਕੇ ਫੈਲ ਗਿਆ, ਇੱਥੇ ਖਤਮ ਕਰਤੀ, ਉਹਦੀ ਜੜ ਖਤਮ ਕਰਤੀ। ਜਿਹੜੇ ਜਾਤੀ ਦੇ ਹੱਕ ਵਾਲੇ ਲੋਕ ਸੀ। ਫਿਰ ਉਦੋਂ ਬਾਅਦ ਜੈਨਿਜ਼ਮ ਆਇਆ, ਉਹਨਾਂ ਨੇ ਵੀ ਜਾਤੀ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਛੁਡਾ ਸਕੇ। ਫਿਰ ਕਿੰਨੇ ਸੂਫੀ ਫਕੀਰ, ਸਾਡੇ ਕਬੀਰ ਜੀ ਨੇ ਤੇ ਕਿੰਨਾ ਜ਼ਿਆਦਾ ਇਹਨਾਂ ਦੇ ਉੱਤੇ ਹਮਲਾ ਕੀਤਾ ਆ। ਬ੍ਰਾਹਮਣਾਂ ਦਾ ਨਾਂ ਲੈ ਕੇ ਕਹਿੰਦੇ ਅਸੀਂ ਅਲੱਗਿਆਂ। ਉਹ ਕਹਿੰਦੇ ਤੁਸੀਂ ਇਸ ਦੁਨੀਆ 'ਚ ਅਲੱਗ ਆਏ ਆ। ਇਹ ਉਹਨਾਂ ਦੇ ਸ਼ਬਦ ਹੈਗਾ ਕਿ ਜਿਸ ਤਰ੍ਹਾਂ ਅਸੀਂ ਪੈਦਾ ਹੋਏ ਧਰਤੀ 'ਤੇ, ਸਾਨੂੰ ਔਰਤ ਨੇ ਪੈਦਾ ਕੀਤਾ, ਉਸੇ ਤਰ੍ਹਾਂ ਤੁਹਾਨੂੰ ਵੀ ਕਿਸੇ ਔਰਤ ਨੇ ਪੈਦਾ, ਤੁਸੀਂ ਅਲੱਗ ਕਿੱਥੋਂ ਆਏ। ਬਹੁਤ ਉਹ ਹਮਲਾ ਕਰ ਉਹਨਾਂ ਦੇ ਐਟੀਟਿਊਡ ਹੁੰਦਾ ਸੀ, ਔਰ ਉਸ ਦਾ ਉਹਨਾਂ ਨੂੰ ਕੁੱਟਮਾਰ ਵੀ ਪੈਂਦੀ ਦੀ ਪਰਵਾਹ ਨਹੀਂ ਸੀ ਕਰਦੇ। ਸਿੱਖੀ ਨੇ ਵੀ ਇਨ ਪ੍ਰਿੰਸੀਪਲ ਕੋਸ਼ਿਸ਼ ਕੀਤੀ ਕਿ ਇਹ ਕੋਡ ਜਿਹੜਾ ਜਾਤੀ ਦਾ ਤੋੜਿਆ ਜਾਏ। ਉਹ ਆਪ ਟੁੱਟ ਗਏ ਅੰਦਰੋਂ। ਉਹ ਵੀ ਇਸਲਾਮ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇੱਥੋਂ ਜਾਤਾਂ ਨੇ ਖਤਮ ਕਰਨਾ ਆ, ਅਤੇ ਉਹਨਾਂ ਦੇ ਅੰਦਰ ਵੀ ਤੁਸੀਂ ਸੈਯਦ, ਹੋਰ ਦੂਸਰੇ ਅਲੱਗ-ਅਲੱਗ ਅੰਸਾਰੀ, ਅਲੱਗ-ਅਲੱਗ ਜਿਹੜੇ ਜਲਾਹੇ ਤੋਂ ਕਨਵਰਟ ਹੋਏ, ਉਹ ਜਲਾਹੇ ਦੇ ਤੌਰ 'ਤੇ ਜਾਣੇ ਜਾਂਦੇ ਆ। ਜਿਹੜੇ ਰਾਜਪੂਤਾਂ 'ਚੋਂ ਉਹ ਰਾਜਪੂਤ ਮੁਸਲਮਾਨ ਹੈਗੇ ਆ, ਅਤੇ ਜਿਹੜੇ ਰਈਸ ਜਾਣੀ ਉਸ ਕਿਸਮ ਦੇ ਜਿਹੜੇ ਬਾਕੀ ਦੇ ਧਮਾਤੜ ਸਾਥੀ ਆ ਉਹਨਾਂ ਦੀਆਂ ਉਸੇ ਤਰ੍ਹਾਂ ਹੀ ਇਹ ਵੀਵਰ ਹੈਗੇ ਆ, ਇਹ ਦੂਸਰੇ ਬਾਰਬਰ ਹੈਗੇ ਆ, ਉਹ ਸਾਰੇ ਮੁਸਲਮਾਨਾਂ 'ਚ ਵੀ ਅਜੇ ਵੀ ਜਾਤੀ। ਫਿਰ ਦੇਖੋ ਕ੍ਰਿਸਚੀਅਨਟੀ ਨੇ ਵੀ ਇੱਥੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨੂੰ ਇੱਥੋਂ ਮੁਕਤੀ ਦਿਵਾਈਏ। ਉਹਨਾਂ ਦੇ ਅੰਦਰ ਵੀ ਜਾਤਾਂ, ਮੈਂ ਖੁਦ ਗੋਆ 'ਚ 7 ਸਾਲ ਪੜ੍ਹਾਉਂਦਾ ਰਿਹਾ, ਅਤੇ ਮੈਂ ਮਜ਼ਾਕ ਦੇ ਵਿੱਚ ਹੀ ਆਪਣੇ ਗੁਆਂਢ ਦੇ ਵਿੱਚ ਮੈਂ ਉਹਨੂੰ ਆਂਟੀ ਕਹਿੰਦਾ ਸੀ, ਉਦੋਂ ਮੈਂ ਛੋਟਾ ਸੀਗਾ, ਅਤੇ ਉਹਨੂੰ ਮੈਂ ਕਿਹਾ ਵੀ ਆਂਟੀ ਤੂੰ ਇੰਨੀ ਸੁੰਦਰ ਹੈਗੀ ਹੈ, ਅਤੇ ਤੇਰਾ ਹਸਬੈਂਡ ਜਿਹੜਾ ਮਜ਼ਾਕ 'ਚ ਕਹਿ ਰਿਹਾ ਸੀ ਵੀ ਉਹ ਕਾਲਾ ਵੀ ਤੂੰ ਇਹਦੇ ਨਾਲ ਵਿਆਹ ਕਿਵੇਂ ਕਰਾਇਆ। ਅਤੇ ਉਹ ਕਹਿੰਦੀ ਕਿ ਦੇਖ ਮੈਂ ਤਾਂ 2 ਵਾਰੀ ਭੱਜ ਗਈ ਸੀਗੀ, ਅਤੇ ਉਹਨਾਂ ਨੇ ਕਿਹਾ ਕਿ ਤੇਰੀ ਜਾਤੀ 'ਚ ਕੋਈ ਮੁੰਡਾ ਬਚਿਆ, ਜੇ ਕਰਾਉਣਾ ਤਾਂ ਕਰਾ ਲਾ, ਨਹੀਂ ਤੇ ਰਹਿ ਜਾਏਗੀ। ਅਤੇ ਕਹਿੰਦੀ ਫਿਰ ਮੈਂ ਮਜਬੂਰੀ ਨੂੰ ਕਰਾਇਆ। ਉਹ ਕ੍ਰਿਸਚੀਅਨ, ਐਲਬਾ ਮੈਂਟੇਰੋ ਉਹਦਾ ਨਾਂ ਸੀ, ਹੁਣ ਤੇ ਨਹੀਂ ਰਹੀ ਵਿਚਾਰੀ। ਅਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਕੰਕਰੀਟ ਐਗਜ਼ਾਮਪਲ ਦੇ ਕੇ ਦੱਸਦਾ। ਮੈਨੂੰ ਪਹਿਲੀ ਵਾਰੀ ਮੇਰੇ ਕੰਨ ਖੜੇ ਹੋਏ ਕਿ ਅੱਛਾ ਇੰਨੀ। ਫਿਰ ਮੈਂ ਉਹਨਾਂ ਦੇ ਅਖਬਾਰ ਪੜ੍ਹਦਾ ਸੀਗਾ, ਗੋਮੰਤਕ ਟਾਈਮਜ਼, ਨਵਿਨ ਟਾਈਮਜ਼ ਵਰਗੇ ਜਿਹੜੇ ਉੱਥੇ ਦੇ ਗੋਆ ਦੇ ਪੇਪਰ ਆ ਲੋਕਲ, ਉਹਨਾਂ 'ਚ ਲਿਖਿਆ ਹੁੰਦਾ ਸੀਗਾ ਜਿਹੜਾ ਮੈਟਰੀਮੋਨੀਅਲ ਸੀ, ਛਤਰੀਆ ਬ੍ਰਾਹਮਣ ਛਤਰੀਆ ਕੈਥੋਲਿਕ, ਬ੍ਰਾਹਮਣ ਕੈਥੋਲਿਕਲੀ ਵਰ ਚਾਹੀਦਾ, ਛਤਰੀਆ ਕੈਥੋਲਿਕਲੀ ਵਰ ਚਾਹੀਦਾ, ਜਾਣੀ ਨਾਲ ਜਾਤ ਅਤੇ ਨਾਲੇ ਕੈਥੋਲਿਕ। ਇੰਜ ਹੀ ਮਤਲਬ ਪਬਲਿਕਲੀ ਉਹ ਐਡਮਿਟ ਕਰਦੇ। ਸਾਡੇ ਐਡਵਰਟਾਈਜ਼ ਮੈਟਰੀਮੋਨੀਅਲ ਦੇਖ ਲਓ, ਕੋਹਲੀ ਸਿੱਖ, ਫਲਾਣੇ ਖੱਤਰੀ ਸਿੱਖ, ਜੱਟ ਸਿੱਖ, ਸਾਰਿਆਂ ਦੇ ਨਾਲ ਲੱਗਦੇ ਆ। ਰਾਮਗੜੀਆ ਸਿੱਖ ਹੈ ਨਾ, ਕੋਹਲੀ ਨਹੀਂ, ਕੋਹਲੀ ਤੇ ਰਾਮਗੜੀਆਂ ਦੀ ਕਾਸਟ ਹੁੰਦੀ। ਯਾਨੀ ਇਸ ਕਿਸਮ ਦੇ ਜਿਹੜੇ ਹਰ ਕਿਸਮ ਦੇ ਨਾਲ ਕਾਸਟ ਸਾਡੇ ਮੈਟਰੀਮੋਨੀਅਲ ਦੇ ਵੀ, ਸਿੱਖਾਂ ਦੇ ਵੀ ਲਾ ਕੇ ਮੈਟਰੀਮੋਨੀਅਲ ਛਾਇਆ ਕੀਤਾ ਜਾਂਦਾ ਵੀ ਇਹ ਕਿਤੇ ਹੋਰ ਹੀ ਨਾ ਲਈ ਆਇਓ ਵੀ ਸਿੱਖ ਤੇ ਅਸੀਂ ਹੈਗੇ ਹਾਂ ਪਰ ਜਾਤੀਗਤ ਵੀ ਹੈਗੇ ਹਾਂ, ਜਾਤ ਵੀ ਨਾਲ ਹੀ। ਸਾਡੀ ਸੋਚ ਵਿੱਚ ਹੀ ਇਹ ਚੀਜ਼ ਹੋ ਗਈ ਹੈ, ਤੇ ਅਸੀਂ ਕਿੱਦਾਂ ਕੱਢੀਏ ਫਿਰ ਲੋਕਾਂ ਦੀ ਸੋਚ ਨੂੰ? ਜੇ ਬਦਲਣਾ ਹੋਇਆ ਕਿਵੇਂ ਬਦਲ ਸਕਦੇ ਹਾਂ? ਹੁਣ ਇਹਦਾ ਜਵਾਬ ਤਾਂ ਵੈਸੇ ਮੈਂ ਲੋਕਾਂ ਕੋਲੋਂ ਵੀ ਮੰਗਦਾ ਨਾ, ਮੈਂ ਤੁਹਾਡੇ ਕੋਲ ਨਹੀਂ ਮੰਗੂਗਾ, ਮੈਂ ਆਪ ਹੀ ਦਿੰਦਾ, ਕਿਉਂਕਿ ਮੈਂ ਇਹਦੇ 'ਤੇ 10-15 ਸਾਲ ਖੋਜ ਕੀਤੀ। ਮੇਰਾ ਖੁਦ ਦਿਮਾਗ ਫਿਰ ਗਿਆ ਕਿ ਹੱਦ ਹੋ ਗਈ ਹੈ। ਜਿਹੜਾ ਵੀ ਧਰਮ ਆਉਂਦਾ ਉਹਦੇ ਅੰਦਰ ਜਾਤ ਵੜ ਜਾਂਦੀ ਹੈ, ਉਹ ਕੱਢਣ ਦੀ ਕੋਸ਼ਿਸ਼ ਕਰਦਾ, ਉਹ ਉਹਨੂੰ ਸਕੰਮ ਕਰ ਜਾਂਦਾ, ਉਹਦੇ ਅੱਗੇ ਗੋਡਣੀਆਂ ਟੇਕ ਜਾਂਦਾ। ਇਹ ਹੋਇਆ ਕੀ? ਇਹਦੇ ਨਾਲ ਇਹ ਬਹੁਤ ਕੰਪਲੈਕਸ ਸਿਸਟਮ ਹੈ, ਜਿੰਨਾ ਤੁਹਾਨੂੰ ਆਰਾਮ ਨਾਲ ਦਿਖਦਾ ਇੰਨਾ ਨਹੀਂ ਹੈ। ਜਾਤੀ ਇੱਕ ਪੋਲੀਟੀਕਲ ਕੈਟੇਗਰੀ ਵੀ ਹੈ, ਸੱਤਾ ਦੀ ਕੈਟੇਗਰੀ ਵੀ ਹੈ। ਜਾਤੀ ਇੱਕ ਆਰਥਿਕ ਕੈਟੇਗਰੀ ਵੀ ਹੈ। ਜਾਤੀ ਇੱਕ ਧਾਰਮਿਕ ਕੈਟੇਗਰੀ ਵੀ ਹੈ, ਧਾਰਮਿਕ ਉਹਦੇ ਨਾਲ ਧਰਮ ਜੁੜਿਆ ਹੋਇਆ। ਜਾਤੀ ਇੱਕ ਸਮਾਜਿਕ ਕੈਟੇਗਰੀ ਤਾਂ ਹੈ ਹੀ ਹੈ, ਸੋਸ਼ਲ ਡਿਸਟਿੰਕਸ਼ਨ। ਇਸ ਕਰਕੇ ਜਿਹਦੇ ਨਾਲ ਇੰਨੀਆਂ ਚੀਜ਼ਾਂ ਜੁੜੀਆਂ ਹੋਣ, ਉਸ ਨੂੰ ਤੁਸੀਂ ਇੱਕ ਲੋਕ ਦਿਨ ਰਾਤ ਇੱਕ ਦੀਵਾਰ ਤੋੜ ਦੋਗੇ, 3 ਬਚੀਆਂ ਰਹਿਣਗੀਆਂ, 2 ਤੋੜ ਦੋਗੇ, ਫਿਰ 2 ਬਚੀਆਂ ਰਹਿਣਗੀਆਂ, ਤੀਜੀ ਤੋੜ ਦੋਗੇ, ਫਿਰ ਤੀਜੀ, ਚੌਥੀ ਬਚੀ ਰਹੂਗੀ। ਇਹ ਚਾਰੇ ਦੀਵਾਰਾਂ ਨਹੀਂ ਤੋੜਦੇ
ਤੇ ਤੁਸੀਂ ਉਸ ਨੂੰ ਜਾਤੀ ਨੂੰ ਖਤਮ ਨਹੀਂ ਕਰ ਸਕਦੇ। ਮੈਂ ਦੱਸਦਾ ਕਿਉਂ ਨਹੀਂ ਟੁੱਟਦੀ। ਦੋ ਕਾਰਨ ਆ। ਇੱਕ ਤੇ ਇਹ ਜਿਹੜੀਆਂ ਮੈਂ ਉਹਨੂੰ ਅਲੱਗ-ਅਲੱਗ ਉਹਦੇ ਸੋਰਸ ਆਫ ਐਮਪਾਵਰਮੈਂਟ। ਬ੍ਰਾਹਮਣ ਕਿੰਨਾ ਵੀ ਗਰੀਬ ਹੋਵੇ ਕਾਲਰ ਚੁੱਕ ਕੇ ਚੱਲਦਾ, ਬਥੇਰੇ ਕਨੈਕਸ਼ਨ ਆ ਬਿਊਰੋਕਰੇਸੀ ਦੇ ਵਿੱਚ, ਸਾਡੇ ਫਲਾਨੀ ਜਗ੍ਹਾ ਬੈਠਾ ਸਾਡਾ ਫਲਾਨਾ ਅਫਸਰ ਆ। ਬ੍ਰਾਹਮਣ ਨੇ ਬ੍ਰਾਹਮਣ ਦਾ ਕਰਨਾ। ਉਹਦੀ ਰਾਜਨੀਤਿਕ ਜਿਹੜੀ ਸਸ਼ਕਤੀਕਰਨ ਹੋ ਜਾਂਦਾ, ਸੱਤਾ ਦਾ ਸਸ਼ਕਤੀਕਰਨ, ਉਹ ਗਰੀਬ ਹੁੰਦਿਆਂ ਹੋਇਆਂ ਵੀ ਸਮਾਜਿਕ ਰੁਤਬੇ ਨੂੰ ਫਾਇਦਾ ਉਠਾ ਕੇ ਕਿਤੇ ਨਾ ਕਿਤੇ ਆਪਣੀ ਐਡਜਸਟਮੈਂਟ ਕਰ ਲੈਂਦਾ। ਇਸ ਤਰ੍ਹਾਂ ਜਿਹੜਾ ਸਮਾਜ ਦਾ ਤੇ ਰਾਜਨੀਤਿਕ, ਤੁਸੀਂ ਆ ਦੇਖੋ ਹੁਣ ਬੀਜੇਪੀ ਦੀਆਂ ਜਿਹੜੀਆਂ ਟਿਕਟਾਂ ਕਿੰਨੀਆਂ ਕੁ ਮੁਸਲਮਾਨਾਂ ਨੂੰ ਦਿੱਤੀਆਂ ਜਾਂ ਕਿੰਨੀਆਂ ਕੁ ਉਹਨਾਂ ਨੇ ਦਲਿਤ, ਉਹ ਰਿਜ਼ਰਵੇਸ਼ਨ ਵਾਲੀਆਂ ਤੇ ਮਜਬੂਰੀ ਆ ਦੇਣੀਆਂ ਪੈਂਦੀਆਂ। ਬਾਕੀ ਸਾਰੇ ਜਿਹੜੇ ਭੂਮੀਹਾਰ ਬ੍ਰਾਹਮਣ ਉਹਨਾਂ ਨੂੰ ਟਿਕਟਾਂ ਵੱਡੇ ਪੱਧਰ ਤੇ ਜਾਂਦੀਆਂ। ਹੁਣੇ ਜੈਫਰਲਾ ਦਾ ਇੱਕ ਮੇਰੇ ਕੋਲ ਆਰਟੀਕਲ ਪਿਆ, ਤੁਸੀਂ ਦੇਖ ਲਿਓ। 50% ਉਹਨਾਂ ਦੀ ਵੈਸੇ ਪਰਸੈਂਟੇਜ ਜਿਹੜੇ ਅੱਪਰ ਕਾਸਟ ਆ ਸਮਾਜ ਦੇ ਵਿੱਚ, ਮੈਨੂੰ ਲੱਗਦਾ ਬਹੁਤ ਹੀ ਮਾਈਨਰ, ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਹੈਗੀ ਆ, ਪਰ ਜੇ 10-15% ਲਾ ਲਓ, ਪਰ ਉਹਨਾਂ ਦਾ ਜਿਹੜਾ ਸੱਤਾ ਦੇ ਵਿੱਚ 4 ਗੁਣਾ ਹਿੱਸਾ ਹੈਗਾ, ਸਮਝੀਏ। ਇਸ ਕਰਕੇ ਜਿਹੜੀ ਜਾਤੀ ਹੈ ਕਿਉਂ, ਅੱਛਾ ਫਿਰ ਉਹ ਪੈਸੇ ਵਾਲੇ ਵੀ ਆ, ਰਾਜਪੂਤਾਂ ਕੋਲ ਜ਼ਮੀਨ ਆ, ਜੱਟਾਂ ਕੋਲ ਜ਼ਮੀਨ ਆ। ਜੱਟ ਵੈਸੇ ਸ਼ੂਦਰ ਆ ਬਾਈਕ ਜਿਹੜਾ ਵਰਨਾ ਕੈਟੇਗਰੀ 'ਚ, ਪਰ ਇਹ ਡੋਮੀਨੈਂਟ ਕਾਸਟ ਆ ਹੈ ਜਿਹੜੀ ਰੁਤਬੇ ਵਾਲੀ। ਇਸ ਤਰੀਕੇ ਨਾਲ ਤੁਸੀਂ ਦੇਖੋ ਬ੍ਰਾਹਮਣਾ ਭੂਮੀਹਾਰ ਹੈਗੇ ਆ, ਇਹਨਾਂ ਕੋਲ ਜ਼ਮੀਨਾਂ ਜਾਇਦਾਦਾਂ ਵੀ ਹੈਗੀਆਂ। ਇਹਦਾ ਮਤਲਬ ਅੱਪਰ ਕਾਸਟ ਜਿਹੜਾ ਆ ਉਹ ਅੱਪਰ ਕਲਾਸ ਵੀ ਹੈਗਾ, ਜਮਾਤ ਵੀ ਹੈਗਾ, ਪੈਸੇ ਵਾਲੀ ਜਮਾਤ ਹੈ। ਫਿਰ ਧਰਮ ਕੀ ਸ਼ੂਦਰ ਪਾਦਰੀ ਇਹਦਾ ਪ੍ਰੀਸਟ ਬਣ ਜਾਊਗਾ ਕਿਸੇ ਮੰਦਰ ਦਾ? ਉਹਨੂੰ ਤਾਂ ਮੰਦਰ ਦੇ ਨੇੜੇ ਵੀ ਨਹੀਂ ਲੰਘਣ ਦਿੰਦੇ, ਅੱਜ ਵੀ ਵੜਨ ਨਹੀਂ ਦਿੰਦੇ ਮੰਦਰ ਦੇ ਅੰਦਰ। ਕਿੰਨੀ ਜਗ੍ਹਾ ਔਰਤਾਂ ਨੂੰ ਨਹੀਂ ਕਿੰਨੀ ਜਗ੍ਹਾ ਵੜਨ ਦਿੰਦੇ। ਇਸ ਕਰਕੇ ਜਿਹੜਾ ਉਹਦਾ ਪ੍ਰੀਸਟ ਬਣਦਾ, ਪ੍ਰੋਹਿਤ ਬਣਦਾ, ਉਹ ਬ੍ਰਾਹਮਣ ਹੀ ਹੋ ਸਕਦਾ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਜਾਤਾਂ ਆ ਉਹਦੇ ਨਾਲ ਇੰਨੀ ਕਿਸਮ ਦੀ ਐਮਪਾਵਰਮੈਂਟ ਤੇ ਡਿਸਐਮਪਾਵਰਮੈਂਟ, ਤਾਂ ਹੀ ਮਿਨਿਸਟਰੀ ਦਾ ਨਾਮ ਐਮਪਾਵਰਮੈਂਟ ਲਿਖਿਆ ਗਿਆ ਕਿ ਅਸੀਂ ਇਹਨਾਂ ਨੂੰ ਇੱਕ ਨਹੀਂ, ਉਹਨਾਂ ਤੇ 4-4 ਗੁਣਾ 5-5 ਲੇਅਰ ਦਾ ਦਬਾਅ ਆ। ਇੱਕ ਨੂੰ ਖਤਮ ਕਰਦੇ ਆ, 4 ਖੜੇ ਰਹਿੰਦੇ, 3 ਖੜੇ ਰਹਿੰਦੇ, 2 ਖੜੇ ਰਹਿੰਦੇ, ਬੜਾ ਔਖਾ। ਫਿਰ ਹੋਰ ਸਭ ਤੋਂ ਭਿਆਨਕ ਗੱਲ ਹੈ, ਇਹੋ ਜਿਹੀਆਂ ਲੇਅਰ ਲੋਕਾਂ ਨੇ ਤੋੜੀਆਂ। ਸਲੇਵਰੀ ਵੈਸਟ ਦੇ ਵਿੱਚ ਤੋੜੀ ਆ, ਯੂਰਪ ਦੇ ਵਿੱਚ ਸਾਰੀ ਟੁੱਟੀ ਹੈ ਸਲੇਵਰੀ। ਲੋਕਾਂ ਨੇ ਫਿਊਡਲਿਜ਼ਮ ਆਇਆ, ਫਿਊਡਲਿਜ਼ਮ ਟੁੱਟਿਆ ਤੇ ਕੈਪੀਟਲਿਜ਼ਮ ਆਇਆ, ਡੈਮੋਕ੍ਰੇਸੀ ਆਈ। ਲੋਕਾਂ ਦੇ ਵਿੱਚ ਕੋਈ ਇਹੋ ਜਿਹਾ ਵਿਤਕਰਾ ਨਹੀਂ। ਉਹ ਤੇ ਆਪਣੇ ਨਾਂ ਪਿੱਛੇ ਚਮਾਰ ਜਾਣੀ ਸ਼ੂਮੇਕਰ ਟਾਈਟਲ ਲਿਖਦੇ ਆ, ਸ਼ੂਮੇਕਰ ਹੁੰਦੇ ਆ ਉਹਨਾਂ ਦੇ। ਸਾਡੇ ਵੀ ਕਈ ਲਿਖਣ ਲੱਗ ਗਏ ਅੱਗੇ ਨਾਲੋਂ। ਪਰ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਸ ਨੂੰ ਧਾਰਮਿਕ ਕੈਟੇਗਰੀ ਵੀ ਬਣਾ ਦਿੱਤਾ ਜੀ। ਧਾਰਮਿਕ ਕੈਟੇਗਰੀ ਕਿਉਂ ਬਣਾਇਆ? ਇਹਨਾਂ ਨੂੰ ਕਹਿ ਦਿੱਤਾ ਕਿ ਜਿਹੜੇ ਤੇ ਅੱਪਰ ਕਾਸਟ ਆ ਉਹ ਪਿਓਰ ਆ, ਪਵਿੱਤਰ ਹੈਗੇ ਆ, ਰੱਬ ਦੇ ਸਿੱਧੇ ਭੇਜੇ, ਰੱਬ ਦੇ ਨੇੜੇ ਵੀ ਹੈਗੇ ਆ। ਜਿਹੜੇ ਥੱਲੇ ਵਾਲੇ ਆ, ਜਨਤਾ ਜਨਾਰਦਨ, ਆਮ ਜਨਤਾ ਕੰਮ ਕਰਦੀ, ਜਿਨ੍ਹਾਂ ਨੂੰ ਅਸੀਂ ਦਲਿਤ ਕਹੋ, ਆਦੀਵਾਸੀ ਕਹੋ, ਉਹ ਇੰਪਿਓਰ ਆ। ਮੈਂ ਇਹਦੀ ਇੱਕੋ ਹੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਕਿੰਨੀ ਕਮੀਨੀ, ਘਟੀਆ, ਜ਼ਾਹਲ, ਔਰ ਮੇਰੇ ਕੋਲ ਕੋਈ ਹੋਰ ਸ਼ਬਦ ਨਹੀਂ ਹੈ ਕਿ ਇਹ ਗੱਲ ਹੈਗੀ, ਸਾਡੇ ਸਮਾਜ ਦੀ ਰਵਾਇਤ ਹੈਗੀ ਕਿ ਜੇ ਬ੍ਰਾਹਮਣ ਦੇ ਚੌਂਕੇ ਗਲਤੀ ਦੇ ਨਾਲ ਦਲਿਤ ਚਲੇ ਜਾਏ, ਔਰਤ ਜਾਂ ਮਰਦ, ਉਹ ਕਹਿਣਗੇ ਸਾਰਾ ਇੰਪਿਓਰ ਹੋ ਗਿਆ, ਬਹੁਤ ਖਰਾਬ ਹੋ ਗਿਆ, ਮਤਲਬ ਪਿੱਟਿਆ ਗਿਆ। ਫਿਰ ਉਹਨੂੰ ਸਾਫ਼ ਕਰਨ ਲਈ, ਉਸ ਦੀ ਪਿੱਠ ਨੂੰ ਦੂਰ ਕਰਨ ਲਈ ਕੀ ਕਰਦੇ ਆ? ਗਾਂ ਦਾ ਗੋਹੇ ਦਾ ਲੇਪ ਕਰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਇਨਸਾਨ ਦੀ ਟੱਚ ਆ ਕਿਸੇ ਜਗ੍ਹਾ ਲਈ, ਉਹ ਉਹਦੇ ਨਾਲੋਂ ਵੀ ਜ਼ਿਆਦਾ ਪਿੱਟਣ ਵਾਲੀ ਹੈ ਗਾਂ ਦੇ ਗੋਹੇ ਨਾਲੋਂ। ਜਾਣੀ ਇਨਸਾਨ ਨੂੰ ਦੱਸਿਆ ਜਾਂਦਾ ਕਿ ਤੇਰੀ ਕੀ ਔਕਾਤ ਆ, ਤੂੰ ਇੱਥੇ ਆ ਗਿਆ, ਤੇਰੇ ਨਾਲੋਂ ਸਾਫ਼ ਸੁੰਦਰ ਤੇ ਸਾਡੇ ਗਾਂ ਦਾ ਜਿਹੜੀ ਰੱਖੀ ਆ ਉਹਦਾ ਗੋਹਾ ਆ, ਉਹਦਾ ਮੂਤ ਆ ਤੇਰੇ ਨਾਲੋਂ ਸਾਫ਼। ਇਹ ਉਹਨੂੰ ਦੱਸਿਆ ਜਾਂਦਾ। ਇਸ ਕਰਕੇ ਦੂਜੀਆਂ ਜਿਹੜੀਆਂ ਜਾਤਾਂ ਆ, ਜਿਹੜੀਆਂ ਖਾਸ ਕਰ ਰਿਜ਼ਰਵ ਕੈਟੇਗਰੀ ਹੈ, ਜਦੋਂ ਤਾਈਆਂ ਨਾ ਰੌਲਾ ਪਾ ਦਿੰਦੇ ਅੱਪਰ ਕਾਸਟ, ਕਦੀ ਕਹਿੰਦੇ ਆ ਉਹ ਦੇਖੋ ਜੀ ਹੁਣ ਤਾਂ ਸਾਡੇ 'ਚ ਵੀ ਬੜੇ ਗਰੀਬ ਹੋ ਗਏ ਆ, ਸਾਨੂੰ ਵੀ ਰਿਜ਼ਰਵੇਸ਼ਨ ਚਾਹੀਦੀ ਆ, ਬ੍ਰਾਹਮਣ ਕਿੰਨੇ ਬੇਰੁਜ਼ਗਾਰ। ਉਹਨਾਂ ਨੂੰ ਇਹ ਕਦੀ ਵਿਚਾਰਿਆਂ ਭੋਲਿਆਂ ਬੰਦਿਆਂ ਨੂੰ ਸਮਝ ਨਹੀਂ ਪੈਂਦੀ ਵੀ ਇਹ ਅਸਲ 'ਚ ਰਿਜ਼ਰਵੇਸ਼ਨ ਪੈਸੇ ਤੇ ਗਰੀਬੀ ਨੂੰ ਦੂਰ ਕਰਨ ਦੀ ਹੈ ਹੀ ਨਹੀਂ। ਉਹ 'ਚ ਹੋਰ ਬਥੇਰੀਆਂ ਕੈਟੇਗਰੀ। ਇਹ ਤਾਂ ਜਾਤੀਗਤ ਨਫ਼ਰਤ ਜਿਹੜੀ ਪਾਈ ਹੋਈ ਆ, ਔਰ ਜਿਹਨੂੰ ਧਾਰਮਿਕ ਸੈਂਕਟਿਟੀ ਦਿੱਤੀ ਹੈ। ਤਾਂ ਹੀ ਅੰਬੇਦਕਰ ਜੀ ਨੇ ਫਿਰ ਕਿਹਾ ਸੀਗਾ ਕਿ ਜੇ ਤੁਸੀਂ ਇਹ ਤੋੜਨਾ, ਤੁਹਾਨੂੰ ਉਹਨਾਂ ਦੇ ਜਿਹੜੇ ਧਾਰਮਿਕ ਸੰਸਕਾਰ ਆ ਉਹਨਾਂ 'ਤੇ ਹਮਲਾ ਕਰਨਾ ਪਊ। ਤੁਸੀਂ ਕਿੱਥੋਂ ਅੱਜ ਦੇ ਯੁੱਗ 'ਚ ਤੁਸੀਂ ਬੀਜੇਪੀ ਦੇ ਰੂਲ ਵਿੱਚ ਇਹ ਗੱਲ ਕਹਿ ਵੀ ਸਕਦੇ ਆ ਕਿ ਇਹੋ ਜਿਹੀ ਗੱਲ ਕਰਕੇ ਜਾਤੀਗਤ ਟੁੱਟੂਗੀ? ਉਹ ਕਹਿਣਗੇ ਇਹ ਤੇ ਰਾਮ 'ਤੇ ਹਮਲਾ, ਇਹ ਤੇ ਰਾਮ ਦੇ ਭਗਤ ਨਹੀਂ ਹੈ, ਬੋਲੋ ਜੈ ਸ਼੍ਰੀ ਰਾਮ, ਰਾਮ ਭਗਤ, ਬਜਰੰਗ ਬਲੀ ਦਲ, ਸਾਰੇ ਉਹ ਦਲ ਉਹਨਾਂ ਦੇ ਆ ਜਾਣਗੇ।
ਤੁਹਾਡੇ ਤੇ ਟੁੱਟ ਕੇ ਬਹਿ ਜਾਣਗੇ ਕਿ ਹੈ ਤੁਸੀਂ ਸਾਡੇ ਇੱਥੇ ਸਾਡੀ ਇਸ ਰਾਸ਼ਟਰ ਭਾਵਨਾ ਨੂੰ, ਸਾਡੀ ਜਿਹੜੀ ਹਿੰਦੂ ਰਾਸ਼ਟਰ ਨੂੰ ਅਸੀਂ ਬਣਾਉਣ ਜਾ ਰਹੇ ਹਾਂ। ਹਿੰਦੂ ਰਾਸ਼ਟਰ ਦਾ ਮਤਲਬ ਬ੍ਰਹਮਨਿਕਲ ਸੋਚ ਦਾ ਰਾਜ, ਮੈਂ ਬ੍ਰਾਹਮਣ ਨਹੀਂ ਕਹਿ ਰਿਹਾ, ਸੋਚ ਦਾ, ਉਹ ਸੋਚ ਦਾ ਰਾਜ ਜਿਹੜੀ ਸਮਾਜ ਦੇ ਬਹੁਤ ਵੱਡੇ ਸੈਕਸ਼ਨ ਨੂੰ ਨਫ਼ਰਤ ਕਰਾਉਣਾ ਸਿਖਾਉਂਦੀ ਆ, ਅੰਦਰ ਨਫ਼ਰਤ ਦੇ ਬੀਜ ਬੀਜਦੀ ਆ, ਔਰ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਸਾਡੀ ਜਿਹੜੀ ਗਾਂ ਬੱਧੀ ਆ ਬਾਹਰ, ਉਹਦੇ ਮੂਤ ਦੇ ਬਰਾਬਰ ਨਹੀਂ, ਉਹਦੇ ਗੋਹੇ ਦੇ ਬਰਾਬਰ ਨਹੀਂ ਤੁਸੀਂ। ਕਿੱਡੀ ਜਾਣੀ ਮਤਲਬ ਜਿਹੜੀ ਨਫ਼ਰਤ ਕਿੰਨੀ ਜ਼ਿਆਦਾ ਤੇ ਕਿੰਨਾ ਡੈਗਰੇਡ, ਕਿਸੇ ਨੂੰ ਅੰਗਰੇਜ਼ੀ ਜਿਹਨੂੰ ਕਹਿੰਦੇ ਹਿਊਮੀਲੀਏਟ ਕਰਨਾ, ਕਿਸੇ ਨੂੰ ਉਸ ਦੀ ਜਿਹੜੀ ਆਤਮਾ ਨੂੰ ਮਾਰ ਦੇਣਾ, ਦਬਾ ਦੇਣਾ, ਖਦੇੜ ਦੇਣਾ। ਇਸੇ ਕਰਕੇ ਆ ਹੁਣੀ ਪਿਛਲੇ 30-40 ਸਾਲ ਤੱਕ ਜਦੋਂ ਕੋਈ ਲੈਂਡਲੋਰਡ ਸ਼ਹਿਰੋਂ ਸਮਾਨ ਲੈ ਕੇ ਬੱਸ 'ਤੇ ਉਤਰਦਾ ਸੀ ਤੇ ਜਿਹੜੇ ਦਲਿਤ ਸੀ ਪਿੰਡੋਂ ਭੱਜੇ ਜਾਂਦੇ ਸੀ ਉਹਦਾ ਸਮਾਨ ਚੁੱਕਣ ਲਈ, ਤੇ ਨੰਗੇ ਪੈਰ ਉਹਦੇ ਲਾਗੇ ਨਹੀਂ ਸੀ ਜਾ ਸਕਦੇ ਜੀ। ਹਾਂ, ਪਿੱਛੇ ਜਾਣਾ, ਨੰਗੇ ਪੈਰ ਜਾਣਾ, ਜੁੱਤੀ ਨਹੀਂ ਸੀ ਪਾ ਕੇ ਜਾ ਸਕਦੇ, ਫਿਰ ਤੁਸੀਂ ਲੈਂਡਲੋਰਡ ਵਰਗੇ ਲੱਗੋਗੇ। ਔਰ ਕੇਰਲਾ ਦੇ ਅੰਦਰ ਔਰਤਾਂ ਨੂੰ, ਦਲਿਤ ਔਰਤਾਂ ਨੂੰ ਆਪਣਾ ਸਰੀਰ ਵੀ ਢੱਕਣ ਦੀ ਇਜਾਜ਼ਤ ਨਹੀਂ ਸੀ, ਉੱਪਰਲਾ ਹਿੱਸਾ ਨੰਗਾ ਰੱਖਦੀਆਂ ਸੀ। ਇਹ ਉਹਨਾਂ ਨੂੰ ਇਜਾਜ਼ਤ ਨਹੀਂ ਸੀ। ਇਹ ਨਹੀਂ ਕਿ ਉਹਨਾਂ ਕੋਲ ਪੈਸਾ ਨਹੀਂ, 3 ਮੰਜ਼ਿਲਾ ਘਰ ਨਹੀਂ ਬਣਾ ਸਕਦੇ, ਸੋਨਾ ਨਹੀਂ ਪਹਿਨ ਸਕਦੀਆਂ, ਛਤਰੀ ਲੈ ਕੇ ਨਹੀਂ ਚੱਲ ਸਕਦੇ, ਜੇ ਥੁੱਕਣਾ ਤੇ ਤੁਸੀਂ ਅੱਗੇ ਹੰਡੀਆਂ ਲੈ ਕੇ ਚੱਲਣਾ, ਤੁਸੀਂ ਜੇ ਤੁਸੀਂ ਲੰਘਣਾ ਹੈ, ਚੱਲਣਾ ਹੈ ਤੇ ਤੁਸੀਂ ਪਿੱਛੇ ਝਾੜੂ ਬੰਨ੍ਹ ਕੇ ਚੱਲਣਾ, ਤੁਹਾਡੇ ਫੁੱਟਪ੍ਰਿੰਟ ਵੀ ਨਹੀਂ ਧਰਤੀ ਤੇ ਰਹਿਣੇ ਚਾਹੀਦੇ। ਐਨੀ ਨਫ਼ਰਤ ਇਨਸਾਨ ਦੀ, ਇਨਸਾਨ ਵਿਰੁੱਧ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਇਨਸਾਨ ਨੂੰ ਉਹਦੇ ਜਿਹੜੇ ਮਨੁੱਖੀ ਅਧਿਕਾਰ ਆ ਉਹਦਾ ਗਲਾ ਘੋਟ ਦਿੰਦੇ ਆ, ਤੇ ਅਸੀਂ ਹੀ ਹੁੰਦੇ ਆ ਦੋਸ਼ੀ। ਬਿਲਕੁਲ, ਇੱਕ ਤਾਂ ਰੱਬ ਨੇ ਥੋੜ੍ਹੀ ਬਣਾਇਆ। ਤੁਸੀਂ ਪੜ੍ਹੋ, ਜੇ ਸਕ੍ਰਿਪਚਰ ਪੜ੍ਹੋ, ਇਸਲਾਮ ਦੇ ਸਕ੍ਰਿਪਚਰ ਪੜ੍ਹੋ, ਤੁਸੀਂ ਕ੍ਰਿਸਚੀਅਨ ਦੇ ਪੜ੍ਹੋ, ਜਾਂ ਸਾਡੇ ਆਪਣਾ ਗੁਰੂ ਗ੍ਰੰਥ ਸਾਹਿਬ ਪੜ੍ਹੋ ਸਿੱਖੀ ਦਾ, ਉਹਦੇ 'ਚ ਕਿੱਥੇ ਲਿਖਿਆ? ਉਹਦੇ ਔਰਤ ਨੂੰ ਵੀ ਕਿਹਾ ਸੋ ਕਿਆ ਮੰਦਾ ਆਖੀਏ, ਕਿਉਂ ਮੰਦਾ ਆਖੀਏ ਜਿਤ ਜੰਮੇ ਰਹਿ ਜਾਣ। ਇਸੇ ਤਰ੍ਹਾਂ ਹੀ ਨੀਚਾ ਅੰਦਰ ਨੀਚ ਆਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਗ ਵੱਡਿਆਂ ਸੋ ਕਹਿ ਰਹੀ ਸੀ। ਇਸੇ ਕਰਕੇ ਕਿਹਾ ਸੀ। ਉਹਨਾਂ ਦੇਖਿਆ ਕਿ ਇੰਨਾ ਅਨਿਆਂ, ਇੰਨੀ ਨਫ਼ਰਤ, ਇਹ ਤੇ ਰੱਬ ਦੇ ਨਾਲ ਨਫ਼ਰਤ ਆ। ਜੇ ਤੁਸੀਂ ਇਨਸਾਨਾਂ ਨਾਲ, ਕੁਦਰਤ ਨਾਲ, ਜੀਵ ਜੰਤੂਆਂ ਨਾਲ, ਇੱਥੋਂ ਦੇ ਜਲ ਪੌਣ ਪਾਣੀ ਹਵਾ ਨਾਲ, ਧਰਤੀ ਨਾਲ ਨਫ਼ਰਤ ਕਰਦੇ, ਕੋਈ ਵੀ ਚੀਜ਼ ਹੋਵੇ, ਅਸੀਂ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਜੇ ਤੁਸੀਂ ਇਹਨਾਂ 'ਚੋਂ ਕਿਸੇ ਚੀਜ਼ ਨਾਲ ਨਫ਼ਰਤ ਕਰਦੇ ਆ, ਜੋ ਵੀ ਧਰਮ ਸਿਖਾਉਂਦਾ ਉਹ ਧਰਮ ਨਹੀਂ, ਉਹ ਆ ਧਰਮ ਆ, ਉਹ ਧਰਮ ਦੇ ਉਲਟ ਪ੍ਰਕਿਰਿਆ ਕਰ ਰਿਹਾ, ਉਸ ਨੂੰ ਜੜ੍ਹਾਂ ਤੋਂ ਖੇਡਣਾ ਹੀ ਧਰਤੀ 'ਤੇ ਇਨਸਾਫ ਹੋਊਗਾ। ਜਿਹੜੀ ਤੁਸੀਂ ਕਹਿ ਰਹੇ ਆ ਕਿ ਮਨੁੱਖੀ ਅਧਿਕਾਰ, ਮਨੁੱਖੀ ਅਧਿਕਾਰ ਕੀ ਹੈ? ਅੱਛਾ, ਫਿਰ ਸਭ ਤੋਂ ਵੱਡੀ ਜਿਹੜੀ ਇਹਦੇ 'ਚ ਇੱਕ ਹੋਰ ਧਾਰਮਿਕ ਸੈਂਕਟਿਟੀ ਹੈਗੀ, ਉਹ ਇਸ ਗੱਲ ਦੀ ਹੈ ਕਿ ਇਹ ਜਨਮ ਸਿੱਧ ਹੈ। ਤੁਸੀਂ ਆਪਣਾ ਜਨਮ ਤੋਂ ਬਾਅਦ, ਮੈਂ ਅੱਜ ਸਿੱਖਿਆ, ਕੱਲ੍ਹ ਨੂੰ ਮੈਂ ਕ੍ਰਿਸਚੀਅਨ ਬਣ ਸਕਦਾ, ਭਾਵੇਂ ਨਾਮ ਮੇਰਾ ਮਨਜੀਤ ਸਿੰਘ ਰਹੇ, ਮਨਜੀਤ ਜੌਹਨ ਨਾਮ ਵੀ ਹੋਵੇ ਜਾਂ ਕਿਸ ਤਰ੍ਹਾਂ, ਹੈ ਨਾ, ਕਰ ਸਕਦਾ ਨਾ। ਤੁਸੀਂ ਵੀ ਆਪਣਾ ਧਰਮ ਬਦਲ ਸਕਦੇ ਆ, ਤੁਸੀਂ ਇਸਲਾਮ 'ਚ ਜਾ ਸਕਦੇ ਆ, ਮੈਂ ਕ੍ਰਿਸਚੀਅਨ 'ਚ ਜਾ ਸਕਦਾ। ਜਾਤ ਬਦਲ ਸਕਦੇ ਆ? ਨਹੀਂ, ਉਹ ਨਾਲ ਹੀ ਜਾਊਗੀ ਜਿਹੜੇ ਵੀ ਧਰਮ 'ਚ ਜਾਓਗੇ। ਇਹ ਕਾਰਨ ਇਹ ਹੈ ਕਿ ਇਹਨੂੰ ਖੂਨ ਦੇ ਨਾਲ ਜੋੜ ਦਿੱਤਾ। ਜਿਵੇਂ ਨਸਲ ਤੁਹਾਡੇ ਖੂਨ ਨਾਲ ਜੁੜੀ ਹੁੰਦੀ ਹੈ, ਜਾਤ ਨੂੰ ਇਹ ਜਨਮ ਸਿੱਧ ਹੈਗੀ। ਤੁਹਾਡੇ ਜਿੱਥੇ ਜਾਓਗੇ, ਜਿਹੜੀ ਵੀ ਦੁਨੀਆ 'ਚ ਜਾਓਗੇ, ਧਰਤੀ 'ਤੇ ਘੱਟੋ ਘੱਟ ਜਾਓਗੇ ਜਿੱਥੇ ਵੀ, ਉਹ ਨਾਲ ਜਾਊਗੀ। ਤੁਸੀਂ ਬਾਹਰ ਚਲੇ ਜਾਓ, ਉੱਥੇ ਵੀ ਪਾਠਣੇ ਦੇ ਗੁਰਦੁਆਰਾ ਅਲੱਗ ਤੇ ਰਾਮਗੜੀਆਂ ਦਾ ਗੁਰਦੁਆਰਾ ਅਲੱਗ। ਮੈਂ ਇੰਗਲੈਂਡ ਜਾ ਕੇ ਦੇਖਿਆ ਦੂਜੀ ਜਗ੍ਹਾ, ਤੇ ਇੱਥੇ ਤਾਂ ਹੈ ਹੀ ਹੈ। ਇਹਦਾ ਮਤਲਬ ਜਿਹੜੀ ਜਾਤੀਗਤ ਨਫ਼ਰਤ ਹੈ ਉਹ ਸਾਡੇ ਇੰਨੀ ਸਕਿਨ ਡੀਪ ਹੈ ਕਿ ਉਹ ਕਿਉਂਕਿ ਬਾਈ ਬਰਥ ਹੁੰਦੀ ਹੈ, ਨਾਲ ਹੀ ਜਾਤ ਜਿਹੜੀ ਹੈ। ਤੁਸੀਂ ਇਹਦਾ ਮਤਲਬ ਤੁਸੀਂ ਇੱਕ ਕਿਸਮ ਦੇ ਇਨਸਾਨ ਇੰਡੀਆ ਦੇ ਵਿੱਚ ਜਨਮਦੇ ਹੀ ਨਹੀਂ। ਇੱਥੇ ਪਹਿਲਾਂ ਹੀ ਲੇਅਰਡ ਇਨਸਾਨ ਜਨਮਦੇ ਆ, ਕੁਝ ਇੱਥੇ ਜਨਮਦਾ, ਕੁਝ ਇੱਥੇ ਜਨਮਦਾ, ਕੁਝ ਇੱਥੇ, ਕੁਝ ਪੈਰਾਂ 'ਤੇ। ਇਸੇ ਕਰਕੇ ਤੇ ਜਿਹੜਾ ਮਨੂਵਾਦ ਆ, ਉਹਨਾਂ ਨੇ ਜਿਹੜੇ 4 ਵਰਨਾ ਬਣਾਏ ਆ ਕਿ ਸਿਰ ਦੇ ਵਿੱਚੋਂ ਜਿਹੜੇ ਬ੍ਰਾਹਮਣ ਪੈਦਾ ਹੋਏ, ਜਾਣੀ ਜਿਹੜਾ ਬ੍ਰਾਹਮਣ ਐਜ਼ ਇੰਟਲੈਕਚੁਅਲ ਸਿਰ 'ਚੋਂ ਪੈਦਾ ਹੋਣਾ, ਬ੍ਰਹਮਾ ਦੇ ਜਿਹਨੇ ਪੈਦਾ ਕੀਤੀ ਹੈ ਦੁਨੀਆ, ਜਾਣੀ ਹਿੰਦੂ ਸੰਸਕਾਰ ਇਹ ਕਹਿੰਦੇ ਹੈ, ਬ੍ਰਹਮਨਿਕਲ ਆਈਡੀਆਲੋਜੀ ਇਹ ਕਹਿੰਦੀ ਹੈ। ਉਹਨਾਂ ਦੀਆਂ ਬਾਹਾਂ ਦੇ ਵਿੱਚੋਂ ਛਤਰੀਆ ਪੈਦਾ ਹੋਏ, ਜਾਣੀ ਜਿਹੜੇ ਲੜਨ ਵਾਲੇ ਹੈਗੇ। ਜਿਹੜੇ ਵੈਸ਼ ਆ ਉਹ ਮਿਡਲ ਪਾਰਟ, ਜਿਹੜੇ ਪੈਰਾਂ 'ਚੋਂ ਆ ਉਹ ਸ਼ੂਦਰ ਆ। ਇਸੇ ਕਰਕੇ ਹੋਰ ਵੀ ਮੈਂ ਦਿੰਦਾ 3 ਵਰਨਾ ਜਿਹੜੇ ਉੱਪਰ ਵਾਲੇ, ਜੇ ਬ੍ਰਾਹਮਣ, ਸ਼ੂਦਰਾ ਤੇ ਨਾ ਸ਼ੂਦਰਾ ਨਹੀਂ, ਬ੍ਰਾਹਮਣ, ਛਤਰੀਆ ਤੇ ਵੈਸ਼ਯ, ਜਿਹੜੇ 3 ਉੱਪਰ ਵਾਲੇ ਵਰਨਾ ਆ, ਉਹ ਜਨੇਊ ਪਾ ਸਕਦੇ ਆ। ਮਤਲਬ ਜਨੇਊ ਪਾਉਣ ਦਾ ਮਤਲਬ ਕਿ ਤੁਸੀਂ ਧਰਮ 'ਚ ਐਡਮਿਟ ਹੋ ਗਏ ਹੋ, ਤੁਹਾਡਾ ਇੱਕ ਸਰਟੀਫਿਕੇਟ ਆ, ਤੁਹਾਨੂੰ ਇਨੀਸ਼ੀਏਟ ਕੀਤਾ ਜਾਂਦਾ ਹਿੰਦੂ ਧਰਮ 'ਚ। ਪਰ ਸ਼ੂਦਰਾ ਜਿਹੜੀ ਵੱਡੀ ਗਿਣਤੀ, ਸ਼ੂਦਰਾ ਕੌਣ ਆ? ਬਾਈ ਡੈਫੀਨੇਸ਼ਨ ਸਾਰੇ ਉਹ ਲੋਕ ਜਿਹੜੇ ਹੱਥਲੀ ਮਿਹਨਤ ਕਰਦੇ, ਜਾਣੀ ਸਾਰੇ ਆਰਟੀਜ਼ਨ, ਜਿਨ੍ਹਾਂ ਨੂੰ ਅੱਜ OBC ਕਹਿੰਦੇ ਆ, ਤੇ ਸਾਰੇ ਜੱਟ ਜ਼ਿਮੀਂਦਾਰ,
ਕਿਉਂਕਿ ਉਹ ਹੱਥ ਨਾਲ ਕੰਮ ਕਰਦੇ ਆ। ਤੇ ਜਿਹੜੇ ਬਿਲਕੁਲ ਹੀ ਮੀਨੀਅਲ ਜੌਬ ਕਰਦੇ ਸੀਗੇ, ਚਮੜੇ ਦਾ ਕੰਮ ਕਰਦੇ ਆ, ਨਾਈ ਦਾ, ਧੋਬੀ ਦਾ, ਚੀਰ, ਸਾਰੇ ਜਿਹੜੇ ਇਹ ਕੰਮ ਕਰਦੇ, ਇਹਨਾਂ ਨੂੰ ਸਮਾਜ ਦਾ ਹਿੱਸਾ ਨਹੀਂ। 25% 23 ਤੋਂ 25% ਲੋਕਾਂ ਨੂੰ ਇਨਸਾਨ ਨਹੀਂ ਸਮਝਦੇ। ਇਹਦਾ ਮਤਲਬ ਉਹਨਾਂ ਨੂੰ ਉਹੀ ਜਿਹੜਾ ਮੈਂ ਗਾਂ ਦਾ ਗੋਹੇ ਤੋਂ ਥੱਲੇ ਸਮਝਦੇ ਆ, ਇਹਨਾਂ ਨੂੰ ਇਨਸਾਨ ਨਹੀਂ ਸਮਝਦੇ, ਗਾਂ ਨੂੰ ਆਪਣਾ ਹਿੱਸਾ ਸਮਝਦੇ ਸਮਾਜ ਦਾ। ਜੀ ਇਹ ਕਹਿੰਦੀ ਤੁਹਾਨੂੰ ਇਹਦਾ ਮਤਲਬ 3 ਉੱਪਰ ਵਾਲੇ ਵਰਨਾ ਉਹ ਪੂਰਨ ਇਨਸਾਨ ਆ, ਕਿਉਂਕਿ ਉਹ ਬੋਡੀ ਬੀਇੰਗ ਐਜ ਏ ਸਰੀਰ ਦੇ ਤੌਰ 'ਤੇ ਵੀ ਇਨਸਾਨ ਹੈਗੇ ਆ, ਤੇ ਧਰਮ ਵੀ ਉਹਨਾਂ ਨੂੰ ਇਜਾਜ਼ਤ ਦੇ ਦਿੱਤਾ ਕਿਉਂਕਿ ਉਹਨਾਂ ਨੇ ਜਨੇਊ ਪਾ ਲਿਆ। ਚੌਥੇ ਜਿਹੜੇ ਵੱਡੀ ਗਿਣਤੀ 'ਚ ਜਿਹੜੇ 50-60% ਲੋਕ ਜਿਹੜੇ ਸਾਰੇ ਹੱਥਲੀ ਮਿਹਨਤ ਕਰਦੇ ਆ, ਉਹਨਾਂ ਨੂੰ ਅਰਧ ਇਨਸਾਨ, ਸਰੀਰਕ ਤੌਰ 'ਤੇ ਇਨਸਾਨ ਆ, ਪਰ ਧਰਮ ਦੇ ਵਿੱਚ ਇਜਾਜ਼ਤ ਨਹੀਂ ਦਿੱਤੀ, ਇਸ ਕਰਕੇ ਜਨੇਊ ਨਹੀਂ ਪਹਿਨ ਸਕਦੇ। ਉਦੋਂ ਥੱਲੇ ਜਿਨ੍ਹਾਂ ਨੂੰ ਆ ਵਰਨਾ ਕਹਿੰਦੇ ਆ, ਵਰਨਾ ਤੋਂ ਬਾਹਰ ਸਿਸਟਮ ਤੋਂ, ਉਹ 23, 22, 23, 25% ਹੋਣਗੇ, ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਕਿਸਮ ਦੇ ਆ। ਉਹਨਾਂ ਨੂੰ ਇਨਸਾਨ ਸੁਸਾਇਟੀ ਦਾ ਹਿੱਸਾ ਹੀ ਨਹੀਂ ਮੰਨਿਆ, ਜਿਨ੍ਹਾਂ ਨੂੰ ਅੱਜ ਅਸੀਂ ਦਲਿਤ ਕਹਿੰਦੇ ਆ ਜਾਂ ਉਹ ਆਦੀਵਾਸੀ ਕਹਿੰਦੇ। ਇਸੇ ਕਰਕੇ ਸਮਾਜਿਕ ਅਨਿਆਂ ਜਿੰਨਾ ਸਾਡੇ ਦੇਸ਼ ਦੇ ਅੰਦਰ, ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਦੁਨੀਆ ਦੇ ਕੋਨੇ 'ਚ, ਭਾਵੇਂ ਪਛੜੇ ਤੋਂ ਪਛੜਿਆ, ਗਰੀਬ ਤੋਂ ਗਰੀਬ ਦੇਸ਼ ਹੋਵੇ, ਉਹ ਭੈਣ ਭਰਾ ਸਮਝਦੇ ਆਪਣੇ ਆਪ ਨੂੰ, ਉਹ ਇੱਕ ਦੂਜੇ ਨਾਲ ਜੁੜੇ ਹੋਏ ਸਮਝਦੇ। ਉਹ ਗਰੀਬ ਤੇ ਹੋਣਗੇ ਪਰ ਨਫ਼ਰਤ ਨਹੀਂ ਹੋਊਗੀ, ਇੱਕ ਦੂਜੇ ਨਾਲ ਹੱਥ ਫੜ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰਨਗੇ, ਮੁਕਾਬਲਾ ਕਰਨਗੇ। ਬਿਮਾਰੀਆਂ ਹੋ ਸਕਦੀਆਂ, ਹੋਰ ਸਾਰੇ ਮਤਲਬ ਕਿੰਨੀ ਵੀ ਪਛੜਿਆਪਣ ਹੋ ਸਕਦਾ, ਪਰ ਇਨਸਾਨ ਨੂੰ ਸੰਸਥਾਗਤ ਧਰਮ ਵੱਲੋਂ ਸੈਂਕਸ਼ਨ ਕਰਕੇ ਇਨਸਾਨ ਨੂੰ ਇਨਸਾਨ ਦੇ ਨਾਲ ਊਚ ਨੀਚ ਸਿਖਾਉਣੀ, ਨਫ਼ਰਤ ਸਿਖਾਉਣੀ, ਐਕਸਕਲੂਜ਼ਨ ਕਿ ਤੁਸੀਂ ਸਾਡੇ ਤੋਂ ਬਾਹਰ ਆ, ਉਹ ਸਿਖਾਉਣਾ, ਇਹ ਸਾਡੇ ਹੀ ਹਿੱਸੇ ਆਇਆ। ਮੇਰਾ ਖਿਆਲ ਇਸ ਦਿਨ ਦੇ ਉੱਤੇ ਜਿਹੜਾ ਤੁਸੀਂ ਇਹ ਪ੍ਰੋਗਰਾਮ ਰੱਖਿਆ ਜਾਂ ਇਹ ਤੁਸੀਂ ਸਾਰਾ ਇਸ਼ੂ ਨੂੰ ਉਠਾਇਆ, ਇਹ ਬਹੁਤ ਹੀ ਅਹਿਮ ਆ। ਮੈਂ ਇੱਕ ਗੱਲ ਹੋਰ ਇਹਦੇ ਨਾਲ ਜੁੜੀ ਹੋਈ ਕਹਿ ਦਾਂ, ਬੜੀ ਇੰਪੋਰਟੈਂਟ ਆ, ਉਹ ਇਹ ਕਿ ਸਾਰੀ ਦੁਨੀਆ ਦੇ ਵਿੱਚ ਜਿਹੜਾ ਤੁਹਾਡਾ ਜਾਤੀਗਤ ਹੈ, ਜਿਹੜਾ ਜਮਾਤਾਂ ਤੋਂ ਇਸ਼ੂ ਚੱਲਦਾ, ਕਿ ਜਿਹੜੀ ਲੇਬਰ ਦੀ ਵੈਲਿਊ ਹੈ, ਲੇਬਰ ਦੀ ਜਿਹੜੀ ਉਹਦੀ ਵੈਲਿਊ ਮਾਰਕੀਟ ਕਰਦੀ ਹੈ। ਤੁਸੀਂ ਦੇਖੋ ਕਿ ਮੈਂ ਆਪਣੇ ਪ੍ਰੋਫੈਸਰ ਦੋਸਤ ਇੰਗਲੈਂਡ ਤੋਂ ਉਹਨੂੰ ਕਿਹਾ, ਮੈਂ ਕਿਹਾ ਤੁਸੀਂ ਨਿਆਣਾ ਕੋਈ ਨਹੀਂ ਘਰ, ਤੁਸੀਂ ਇੰਨੇ ਚਿਰ ਦੇ 14 ਸਾਲ ਹੋ ਗਏ ਵਿਆਹ ਕਰਾਇਆ, ਕਹਿੰਦੇ ਮਹਿੰਗਾ ਬਹੁਤ ਆ। ਮੈਂ ਕਿਹਾ ਫਿਰ ਤੁਸੀਂ ਇੱਥੇ ਆਇਆ ਰੱਖ ਲਓ, ਤੁਸੀਂ ਪ੍ਰੋਫੈਸਰ ਆ, ਕਿਹੜੀ ਗੱਲ? ਕਹਿੰਦੇ ਜੀ ਉਨੀ ਤਾਂ ਤਨਖਾਹ ਮੇਰੀ ਨਹੀਂ, ਕਹਿੰਦੇ 20 ਪਾਉਂਡ, ਮੈਂ ਅੱਜ ਤੋਂ 10 ਸਾਲ 12 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਕਹਿੰਦਾ 20 ਪਾਉਂਡ 1 ਘੰਟੇ ਦਾ ਦੇਣਾ ਪੈਂਦਾ। ਅੱਛਾ, ਹਾਂ, ਤੇ ਤੁਸੀਂ 20 ਪਾਉਂਡ ਨੂੰ ਤਕਰੀਬਨ 100 ਰੁਪਏ ਦਾ ਹੀ ਪਾਉਂਡ ਹੋ ਗਿਆ, ਹੁਣ ਦੇਖ ਲਓ ਕਿੰਨੇ ਹੋ ਗਏ, ਹੈ ਨਾ ਜੀ, 2000 ਰੁਪਇਆ 1 ਘੰਟੇ ਦਾ। ਕਹਿੰਦੇ ਅਸੀਂ ਅਫੋਰਡ ਨਹੀਂ ਕਰ ਸਕਦੇ, ਇੰਨੀ ਤੇ ਸਾਡੀ ਤਨਖਾਹ ਨਹੀਂ ਹੈ। ਮੈਂ ਇਹ ਕਹਿ ਰਿਹਾ ਕਿ ਫਿਰ ਮੈਂ ਉਹਨੂੰ ਕੈਲਕੂਲੇਟ ਕੀਤਾ ਕਿ ਇਹ ਦੱਸੋ ਕਿ ਤੁਹਾਡੇ ਮਜ਼ਦੂਰ ਦੀ ਤਨਖਾਹ ਤੇ ਜਿਹੜਾ ਮਿਡਲ ਕਲਾਸ ਆ ਜਾਂ ਇੱਕ ਪ੍ਰੋਫੈਸਰ ਆ, ਉਹਦੀ ਤਨਖਾਹ ਦਾ ਕਿੰਨੇ ਗੁਣਾ ਦਾ ਫਰਕ ਆ। ਅੱਛਾ, ਉਹਨੇ ਮੈਨੂੰ ਐਂ ਕਰਕੇ ਕੰਪਿਊਟਰ 'ਤੇ ਜੋੜ ਜਾੜ ਕੇ ਦੱਸਿਆ, ਕਹਿੰਦਾ ਜੀ ਮੈਨੂੰ 2 ਤੋਂ 2.5 ਗੁਣਾ ਲੱਗਦਾ। ਇੱਕ ਜਿਹੜਾ ਅਨਸਕਿਲਡ ਲੇਬਰ ਅਤੇ ਪ੍ਰੋਫੈਸਰ ਦੀ ਐਵਰੇਜ ਤਨਖਾਹ ਜਿਹੜੀ ਆ ਯੂਨੀਵਰਸਿਟੀ ਦੇ 2-2.5 ਗੁਣਾ। ਮੈਂ ਇਹ ਗੱਲ ਬੜੀ ਧਮਾਈ ਆ ਕੇ ਹੁਣ ਮੈਂ ਤੁਹਾਡੇ ਰਾਹੀਂ ਫਿਰ ਇਹ ਦੱਸਣਾ ਚਾਹੁੰਦਾ, ਸਾਡੇ ਦੇਸ਼ ਦੇ ਅੰਦਰ ਬੇਕਰਤੂਤਾ ਦੇਸ਼ ਜਿਹੜਾ ਮੈਨੂੰ ਮਤਲਬ ਬੜਾ ਆਪਣਾ ਇਸ ਦੇਸ਼ਵਾਸੀ ਦੇ ਜਿੱਥੇ ਮੈਨੂੰ ਹੋਣ ਦਾ ਮਾਣ ਆ। ਮੇਰੇ ਕੋਲ ਖੁਦ ਗ੍ਰੀਨ ਕਾਰਡ ਸੀ ਅਮਰੀਕਾ ਦਾ, ਮੈਂ ਅੱਜ ਤੱਕ ਦੁਬਾਰਾ ਨਹੀਂ ਗਿਆ, ਮੈਂ ਉੱਥੇ ਪਾੜ ਕੇ ਸੁੱਟਿਆ ਕਿ ਆਪਣੇ ਦੇਸ਼ 'ਚ ਰਹਿਣਾ। ਜੇ ਮੈਂ ਕ੍ਰਿਟੀਸਾਈਜ਼ ਕਰਦਾ ਤਾਂ ਇਹ ਨਹੀਂ ਕਿ ਮੈਂ ਦੇਸ਼ ਭਗਤ ਘੱਟ ਆ, ਮੈਂ ਤਾਂ ਕਹਿ ਰਿਹਾ ਸਾਡੀਆਂ ਇੱਥੇ ਰੂਟਸ ਆ, ਅਸੀਂ ਇੱਥੇ ਲੜਾਂਗੇ, ਇੱਥੇ ਹੀ ਮਰਾਂਗੇ। ਪਰ ਜੋ ਸਿਰ ਨੀਵਾਂ ਕਰਾਉਂਦਾ ਸਾਡੇ ਦੇਸ਼ ਦਾ ਸਿਸਟਮ, ਸੋਸ਼ਲ ਸਿਸਟਮ, ਨਫ਼ਰਤ, ਇਸ ਕਿਸਮ ਦਾ ਜਾਤੀਗਤ ਵਿਤਕਰਾ, ਉਹ ਤੇ ਮਤਲਬ ਸਾਡੇ ਕੋਲ ਕੋਈ ਉਹਦਾ ਡਿਫੈਂਸ ਨਹੀਂ ਹੈਗਾ। ਸਾਡੇ ਦੇਸ਼ ਦੇ ਅੰਦਰ ਮੈਂ ਕੈਲਕੂਲੇਟ ਕੀਤਾ ਕਿ ਇੱਕ ਪ੍ਰੋਫੈਸਰ ਦੀ ਐਵਰੇਜ ਸੈਲਰੀ ਦਾ, ਜਿਹੜਾ ਯੂਨੀਵਰਸਿਟੀ ਦਾ ਟੀਚਰ ਕਹਿ ਲਓ, ਤੇ ਇੱਕ ਅਨਸਕਿਲਡ ਲੇਬਰ ਦਾ 25 ਤੋਂ 30 ਗੁਣਾ ਫਰਕ। ਬਿਲਕੁਲ ਇੰਨਾ ਜ਼ਿਆਦਾ ਫਰਕ ਹੈਗਾ। ਇਸੇ ਕਰਕੇ ਕਿਉਂ ਫਰਕ ਹੈ? ਫਿਰ ਮੈਂ ਸੋਚਣਾ ਸ਼ੁਰੂ ਕੀਤਾ ਵੀ ਇਹ ਪੋਸੀਬਲ ਕਿਵੇਂ ਆ ਕਿ ਉੱਥੇ ਤਨਖਾਹਾਂ ਇੰਨੀਆਂ ਵੱਧ ਗਈਆਂ, ਸਾਡੇ ਕਿਉਂ ਨਹੀਂ ਮਜ਼ਦੂਰ ਦੀਆਂ ਵਧੀਆਂ? ਉਹਦਾ ਕਾਰਨ ਹੈ ਕਿ ਜਾਤ ਦੇ ਵਿੱਚ ਇਹ ਸਾਡੇ ਮਨ 'ਚ ਪਾਤਾ ਜਾਂਦਾ ਕਿ ਇਹ ਜਿਹੜਾ ਕੰਮ ਆ ਇਹ ਤਾਂ ਮੁਫਤ 'ਚ ਮਿਲਣਾ ਚਾਹੀਦਾ, ਕਿਉਂਕਿ ਉਹਨਾਂ ਦਾ ਸਲੇਵ ਸਟੇਟਸ ਆ। ਉਹਨਾਂ ਦਾ ਸਲੇਵ ਦਾ ਮਤਲਬ ਜਿਨ੍ਹਾਂ ਨੂੰ ਗੁਲਾਮ ਕਹਿੰਦੇ ਆ, ਤੇ ਗੁਲਾਮਾਂ ਦੀ ਲੇਬਰ ਦੀ ਕੋਈ ਵੈਲਿਊ ਨਹੀਂ ਸੀ। ਉਹਨਾਂ ਦਾ ਤਾਂ ਸਰੀਰ ਵੀ ਮਾਲਕਾਂ ਦਾ ਹੁੰਦਾ ਸੀ, ਗੁਲਾਮ ਦੇ ਮਾਸਟਰਾਂ ਦਾ। ਉਹਨਾਂ ਦੀ ਲੇਬਰ ਵੀ ਉਹਨਾਂ ਦੀ ਆਪਣੀ ਸੀ, ਉਹਨਾਂ ਨੂੰ ਮਾਰ ਦੇਣ, ਰੱਖ ਲੈਣ, ਚੈਟਲ ਸਲੇਵਰੀ 'ਚ ਖਦੇੜ ਦੇਣ, ਜੋ ਮਰਜ਼ੀ ਕਰਦੇ। ਅੱਜ ਵੀ ਸਾਡੇ ਜਿਹੜੇ ਦਲਿਤ ਭਾਈਚਾਰਾ ਜਿਹੜੇ ਉਹ ਕੰਮ ਕਰਦੇ ਆ, ਉਹਨਾਂ ਦੇ ਕੰਮ ਦੀ ਜਿਹੜੀ ਮਾਰਕੀਟ ਵੈਲਿਊ ਹੈ, ਮਾਰਕੀਟ ਵਿੱਚ ਜਦੋਂ ਪੈਸੇ ਲੈਣ ਜਾਂਦੇ ਆ, ਵੇਜ ਕਰਦੇ ਆ, ਤਾਂ ਉਹਦੀ ਤਨਖਾਹ ਜਿਹੜੀ ਆ ਉਹ ਇੰਨੀ ਥੱਲੇ ਹੁੰਦੀ ਆ ਕਿ ਇੱਕ ਸਲੇਬ ਨਾਲੋਂ ਵੀ ਬੱਤਰ
ਅੱਜ ਦੇ ਕਿਤੇ ਕਿਸੇ ਨੇ ਸਲੇਵ ਰੱਖੇ ਹੋਣ ਤੇ ਉਹਦੀ ਤਨਖਾਹ ਵੀ ਉਹ ਇਹਨਾਂ ਸਾਡੇ ਮਜ਼ਦੂਰਾਂ ਨਾਲੋਂ 3 ਗੁਣਾ ਹੋਊਗੀ ਘੱਟੋ ਘੱਟ, ਕਿਉਂਕਿ ਉਹ ਜੀ ਨਹੀਂ ਸਕਦਾ। ਇਹ ਉਹਦੇ ਨਾਲ ਵੀ ਜਾਨਵਰਾਂ ਨਾਲੋਂ ਵੀ ਥੱਲੇ, ਜਿੰਨਾ ਤੁਸੀਂ ਜਾਨਵਰਾਂ ਨੂੰ ਚਾਰਾ ਫੀਡ ਦਿੰਦੇ ਆ ਉਹਦੇ ਨਾਲੋਂ ਵੀ ਘੱਟ ਅਸੀਂ ਆਪਣੇ ਮਜ਼ਦੂਰਾਂ ਨੂੰ ਦਿੰਦੇ ਆ। ਸਰਕਾਰ ਸੌਰੀ ਮੈਂ ਤੁਹਾਨੂੰ ਟੋਕਦੀ, ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਕੰਮ ਕਰਨਾ ਚਾਹੀਦਾ, ਇਨਸਾਨ ਨੂੰ ਆਪਣਾ ਢਿੱਡ ਭਰਨਾ ਚਾਹੀਦਾ, ਕਮਾਉਣਾ ਚਾਹੀਦਾ ਹੈ, ਤੇ ਉਦੋਂ ਵੀ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਇਹ ਤੁਹਾਡਾ ਕੰਮ ਨਹੀਂ, ਤੁਹਾਡਾ ਕੰਮ ਤਾਂ ਇਹ ਵਧੀਆ ਪੋਸਟਾਂ ਲੈਣਾ, ਤੁਹਾਡਾ ਕੰਮ ਕੋਈ ਮਤਲਬ ਕਿ ਕੰਮ ਦੀ ਵੰਡ ਇਸ ਤਰੀਕੇ ਨਾਲ ਕੀਤੀ ਹੈ ਜਾਤੀ ਦੇ ਆਧਾਰ ਦੇ ਉੱਤੇ ਕਿ ਕੰਮ ਨੂੰ ਵੀ ਛੋਟਾ ਵੱਡਾ ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿਉਂਕਿ ਆਪਾਂ ਕੰਮ ਨੂੰ ਜਾਤੀ ਨਾਲ ਜੋੜ ਲਿਆ। ਹਾਂ, ਜਾਤੀ ਨਾਲ ਜੋੜਿਆ ਕਿਉਂ? ਮਤਲਬ ਇਹ ਲੱਥ ਜਾਣੀ ਸੀ, ਜਾਤ ਨਾਲੋਂ ਕੰਮ ਲੱਥ ਜਾਣੀ ਸੀ ਜੇ ਉਹਨਾਂ ਨੂੰ ਆਰਥਿਕ ਤੌਰ ਤੇ ਨਹੀਂ ਫਾਇਦਾ ਹੁੰਦਾ। ਹੁਣ ਜਿੰਨੀ ਮਿਡਲ ਕਲਾਸ ਆ ਜਾਂ ਜਿਹੜੀ ਕਾਰਪੋਰੇਟ ਕਲਾਸ ਆ ਉਹਨਾਂ ਨੂੰ ਤੇ ਇਹਦਾ ਜਾਤੀ ਰੱਖਣ ਦਾ ਫਾਇਦਾ ਬਹੁਤ ਆ, ਕਿਉਂਕਿ ਦਲਿਤ ਨੂੰ ਇਹ ਸਿਖਾਇਆ ਜਾਂਦਾ ਕਿ ਦਲਿਤ ਜਿਹੜਾ ਉਹ ਇਕੱਲਾ ਜਿਹੜਾ ਦਲਿਤ ਇਸ ਕਰਕੇ ਨਹੀਂ ਕਿ ਉਹਦੇ 'ਚ ਸਮਾਜਿਕ ਕਿਸੇ ਨੇ ਉਹਨੂੰ ਕਹਿ ਤਾ ਕਿ ਤੇਰਾ ਰੁਤਬਾ ਥੱਲੇ ਆ, ਉਹਨੂੰ ਇਹ ਸਿਖਾ ਦਿੱਤਾ ਗਿਆ ਕਿ ਤੇਰਾ ਜਿਹੜਾ ਕੰਮ ਆ ਉਹਦੀ ਸਮਾਜਿਕ ਜਿਹੜੀ ਸਮਾਜਿਕ ਵੈਲਿਊ ਤੇ ਹੈ ਹੀ ਨਹੀਂ, ਤੇਰਾ ਸਮਾਜਿਕ ਤੇ ਲੋ ਦਰਜਾ ਹੈ ਹੀ ਹੈ, ਪਰ ਜਿਹੜਾ ਤੂੰ ਕੰਮ ਕਰਦਾ ਇਹਦੀ ਵੀ ਕੋਈ ਕਦਰ ਨਹੀਂ ਹੈਗੀ। ਇਹ ਤੇ ਐਵੇਂ ਕਿਵੇਂ ਦਾ ਕੰਮ ਆ, ਝਾੜੂ ਲਾਉਣਾ ਕੋਈ ਕੰਮ ਆ, ਬਰਤਨ ਲਾਉਣਾ ਕੋਈ ਕੰਮ ਆ, ਇਹ ਕੋਈ ਮਜ਼ਦੂਰੀ ਦਾ ਕੰਮ ਨਹੀਂ ਹੈਗਾ, ਇਹ ਤੇ ਫਾਲਤੂ ਦੇ ਕੰਮ ਹੈ। ਜਿਵੇਂ ਔਰਤ ਦੇ, ਮੈਂ ਨਾਲ ਹੀ ਤੁਸੀਂ ਔਰਤਾਂ ਦਾ ਵੀ ਦਲਿਤ ਵਾਲਾ ਸਟੇਟਸ ਹੈ ਸਾਡਾ, ਹਾਲਾਂਕਿ ਉਹ ਇੱਕ ਅਲੱਗ ਕੈਟੇਗਰੀ ਹੈ। ਔਰਤ ਜਦੋਂ ਸੈਂਸਿਸ ਕਰਨ ਕੋਈ ਆਉਂਦਾ, ਇਹ ਸਮਾਜਿਕ ਨਿਆਂ ਕੋਈ ਛੋਟਾ ਨਹੀਂ ਹੈ ਔਰਤ ਦੇ ਨਾਲ। ਜਦੋਂ ਆਉਂਦਾ ਉਹਨੂੰ ਪੁੱਛਦੇ ਆ ਕਿ ਸੈਂਸਰ ਵਾਲਾ ਕੁੰਡਾ ਖੜਕਾਉਂਦਾ, ਹਾਂਜੀ ਦੱਸੋ ਜੀ ਕਿੰਨੇ ਬੱਚੇ ਆ, ਉਹ ਆਪਣੇ ਬੱਚੇ ਦੱਸਦੀ, ਕੀ ਕਰਦੇ ਆ ਜੀ, ਬੱਚੇ ਪੜ੍ਹਦੇ ਆ, ਇੱਕ ਵਿਹਲਾ ਬੈਠਾ ਉਹ ਕਿਤੇ ਵੀ ਨਹੀਂ ਜਾਂਦਾ, ਹੈ ਨਾ, ਇਸ ਤਰ੍ਹਾਂ ਲਿਖਾਉਂਦੇ। ਫਿਰ ਘਰ ਦਾ ਹੀ ਕਰਦਾ, ਉਹ ਤੇ ਜੀ ਕੰਮ ਕਰਦੇ ਆ। ਕੰਮ ਕੀ ਕਰਦਾ? ਆਹ ਮਜ਼ਦੂਰੀ ਕਰਦਾ, ਕਿਸੇ ਦਾ ਕੋਈ ਰਿਕਸ਼ਾ ਚਲਾਉਂਦਾ, ਕਿਸੇ ਦਾ ਕੋਈ ਮਿਡਲ ਕਲਾਸ ਕੋਈ ਕਲਰਕ ਆ ਜਾਂ ਨੌਕਰੀ ਕਰਦਾ। ਵੀ ਤੁਸੀਂ ਕੀ ਕਰਦੇ? ਮੈਂ ਨਹੀਂ ਕੁਛ ਕਰਦੀ ਜੀ। ਜਾਣੀ ਉਹ ਘਰ 'ਚ ਤਿੰਨਾਂ ਹੀ ਨਿਆਣਿਆਂ ਦਾ ਕੰਮ ਕਰਦੀ ਸਵੇਰ ਤੋਂ ਸ਼ਾਮ ਤੱਕ। ਉਹ ਜਿਹੜਾ ਬਾਹਰ ਗਿਆ ਆ ਬੰਦਾ, ਉਸ ਦਾ ਵੀ ਜਾਣੀ ਸਾਰੇ ਕੰਮ ਕਰਦੀ ਆ, ਕੱਪੜੇ ਧੋਂਦੀ ਆ, ਘਰ ਨੂੰ ਮੇਨਟੇਨ ਕਰਦੀ ਆ। ਉਹਦੇ ਬਾਵਜੂਦ ਉਹਨੂੰ ਇਹ ਸਿਖਾਤਾ ਗਿਆ ਵਿਚਾਰਧਾਰਕ ਤੌਰ 'ਤੇ ਕਿ ਤੇਰਾ ਕੰਮ ਕੰਮ ਨਹੀਂ, ਮੇਰਾ ਕੰਮ ਕੰਮ। ਬਿਲਕੁਲ, ਹੈ ਨਾ, ਕਿ ਤੂੰ ਉਹ ਫਿਰ ਵਿਚਾਰੀ ਨੂੰ ਉਹਨੂੰ ਇਹੀ ਪਤਾ ਲੱਗਦਾ ਵੀ ਮੇਰਾ ਤਾਂ ਕੰਮ ਹੀ ਨਹੀਂ, ਕਿਉਂਕਿ ਮੈਂ ਤਾਂ ਕੋਈ ਮਾਰਕੀਟ 'ਚ ਵੇਚ ਕੇ ਆਪਣੇ ਕੰਮ ਨੂੰ ਲਿਆਉਂਦੀ ਨਹੀਂ, ਪਰ ਜਿਹੜੇ ਕੰਮ ਕਰ ਰਹੇ ਮੈਂ ਉਹਨਾਂ ਦਾ ਸਪੋਰਟ ਸਿਸਟਮ ਹੈ। ਅੱਜ ਨਿਆਣੇ ਜੰਮਣੇ ਬੰਦ ਹੋ ਜਾਣ ਧਰਤੀ ਤੇ ਬਚਣ ਕਿਉਂਕਿ ਕਿਹੜਾ ਪਰਿਵਾਰ ਹੈ ਜਿਹੜਾ ਬਿਨਾਂ ਨਿਆਣਿਆਂ ਤੋਂ ਇਕੱਠਾ ਰਹੂਗਾ, ਹੈ ਨਾ, ਲੜ ਲੁੜ ਕੇ ਮਰ ਜਾਣਗੇ। ਹਾਂ, ਇਸ ਕਰਕੇ ਨਿਆਣਿਆਂ ਨੂੰ ਪਾਲਣਾ, ਪੈਦਾ ਕਰਨਾ, ਉਹਨਾਂ ਨੂੰ ਫਿਊਚਰ ਦੇਸ਼ ਦਾ ਬਣਾਉਣਾ, ਔਰਤ ਦੀ ਤੇ ਔਰਤ ਸਿਰ ਦਾ ਤਾਜ ਹੋਣੀ ਚਾਹੀਦੀ ਹੈ। ਉਸ ਨੂੰ ਵੀ ਸਾਡੇ ਦੇਸ਼ ਦੇ ਵਿੱਚ ਦਲਿਤਾਂ ਵਾਂਗੂ ਹੀ ਐਕਸਕਲੂਡ ਕਰਕੇ ਰੱਖਿਆ ਵੀ ਇਹਦਾ ਕੰਮ ਨਹੀਂ। ਇਹੀ ਦਲਿਤਾਂ ਦੇ ਪ੍ਰਤੀ ਐਟੀਟਿਊਡ ਹੈ। ਬਿਲਕੁਲ, ਉਹਨਾਂ ਦਾ ਐਟੀਟਿਊਡ ਇਹੀ ਹੈ ਕਿ ਇਹਨਾਂ ਦਾ ਕੰਮ ਕੰਮੇ ਹੀ ਨਹੀਂ ਆ, ਇਹਨਾਂ ਨੂੰ ਪੈਸਾ ਜਿਹੜਾ ਦੇ ਦਿੰਦੇ ਆ ਇਹ ਤੇ ਅਸੀਂ ਇਹਨਾਂ ਦਾ ਬੜਾ ਭਲਾ ਕਰਦੇ ਆ। ਤੇ ਸਾਡੇ ਦੇਸ਼ ਦੇ ਅੰਦਰ ਕੰਮ ਦੀ ਜਿਹੜੀ ਕਦਰ ਆ ਉਹ ਇਸ ਕਰਕੇ ਬਹੁਤ ਘੱਟ ਹੈਗੀ ਆ ਕਿ ਬੰਦੇ ਨੂੰ, ਕੰਮ ਕਰਨ ਵਾਲੇ ਨੂੰ, ਮਜ਼ਦੂਰ ਨੂੰ, ਵਰਕਿੰਗ ਕਲਾਸ ਨੂੰ ਦੱਸਿਆ ਜਾਂਦਾ ਕਿ ਤੂੰ ਦਲਿਤ ਹੈਗਾ, ਤੂੰ ਦਲਿਤ ਇਸ ਕਰਕੇ ਆ ਕਿਉਂਕਿ ਤੈਨੂੰ ਸਾਡੇ ਸੰਸਕਾਰ ਕਹਿੰਦੇ ਆ, ਸਾਡਾ ਧਰਮ ਕਹਿੰਦਾ ਕਿ ਤੁਹਾਡਾ ਕੰਮ ਇੰਪਿਓਰ ਆ। ਇਹ ਜਾਣੀ ਪਿੱਟਣ ਵਾਲਾ ਕੰਮ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਛੂਆ-ਛੂਤ ਵਾਲਾ ਕੰਮ ਆ, ਤੁਹਾਡਾ ਕੰਮ ਕੋਈ ਕੰਮ ਨਹੀਂ ਹੈਗਾ। ਉਹ ਇੰਝ ਹੀ ਕਹਿਤਾ, ਇਹ ਨਹੀਂ ਕਿ ਕੰਮ ਦੀ ਵੈਲਿਊ ਨਹੀਂ। ਸਭ ਤੋਂ ਔਖਾ ਕੰਮ ਜਿਹੜਾ, ਸਭ ਤੋਂ ਸਿਹਤ ਦੇ ਵਿੱਚ ਤੁਹਾਡਾ ਰਿਸਕ ਹੈਗਾ, ਤੁਸੀਂ ਚਮੜੇ ਦਾ ਕੰਮ ਕਰਨੇ, ਕਿੰਨੀ ਬੋ ਆਉਂਦੀ ਆ। ਬਿਲਕੁਲ, ਤੇ ਚਮੜੇ ਦਾ ਜਦੋਂ ਆਪਾਂ ਪਰਸ ਲੇਡੀ ਲੈ ਕੇ ਚੱਲਦੀ ਕਿੰਨੀ ਖੁਸ਼ ਹੁੰਦੀ ਆ। ਇਹ ਕਿਹਨੇ ਬਣਾਇਆ? ਉਹ ਮੁਫਤ ਵਾਂਗੂ ਕਿਉਂ ਹੁੰਦਾ ਆ? ਉਹ ਇਸ ਕਰਕੇ ਕਿਉਂਕਿ ਇਹ ਉਹਨਾਂ ਹੱਥਾਂ ਦਾ ਬਣਾਇਆ ਜਿਨ੍ਹਾਂ ਨੂੰ ਇਹ ਹੈ ਕਿ ਤੁਸੀਂ ਲੋ ਕਾਸਟ ਆ, ਤੁਸੀਂ ਸ਼ਡਿਊਲਡ ਕਾਸਟ ਆ, ਤੁਸੀਂ ਸਮਾਜ ਦੇ ਵਿੱਚ ਤੁਹਾਨੂੰ ਕੋਈ ਜਗ੍ਹਾ ਨਹੀਂ, ਇਸ ਕਰਕੇ ਤੁਹਾਡੇ ਕੰਮ ਦੀ ਵੀ ਕੋਈ ਵੈਲਿਊ ਨਹੀਂ ਹੈ। ਔਰ ਉਹ ਪੈਦਾ ਚਮਾਰ ਦੇ ਘਰ ਚਮਾਰ, ਜੱਟ ਦੇ ਘਰ ਜੱਟ, ਬ੍ਰਾਹਮਣ ਦੇ ਘਰ ਬ੍ਰਾਹਮਣ, ਉਸ ਤਰ੍ਹਾਂ ਹੀ ਪੈਦਾ ਹੁੰਦੇ। ਔਰ ਸਿਸਟਮ ਸਸਟੇਨ ਵੀ ਕਰੀ ਜਾਂਦਾ। ਉਹ ਇੱਕ ਰੇਸ ਵਾਂਗੂ ਇੱਕ ਸਿਸਟਮ ਬਣ ਗਿਆ ਕਿ ਜਿਵੇਂ ਰੇਸ ਕਾਲੇ ਦੇ ਘਰ ਕਾਲਾ ਪੈਦਾ, ਚਿੱਟੇ ਦੇ ਘਰ ਚਿੱਟਾ। ਇਸ ਕਰਕੇ ਸਾਡਾ ਜਿਹੜਾ ਸਿਸਟਮ ਹਾਇਰਾਰਕੀਕਲ ਦਰਜਾਬੰਦੀ ਦਾ ਜਿਹੜਾ ਬਣ ਗਿਆ, ਔਰ ਜਿਹਦੇ ਵਿੱਚ ਹਰ ਇੱਕ ਕੈਟੇਗਰੀ ਦੂਜੇ ਨੂੰ ਨਫ਼ਰਤ ਦੇ ਨਾਲ ਥੱਲੇ ਰੱਖਣਾ ਚਾਹੁੰਦੀ, ਥੱਲੇ ਵਾਲੀ ਉਦੋਂ ਥੱਲੇ, ਥੱਲੇ ਵਾਲੀ ਉਦੋਂ ਥੱਲੇ, ਤੇ ਲਾਸਟ ਵਿੱਚ ਤੇ ਬਿਲਕੁਲ ਜਿਹੜੇ ਤੁਸੀਂ ਸਮਝ ਲਓ ਕਿ ਜਿਨ੍ਹਾਂ ਦੀ ਸਾਰੇ ਉੱਪਰਲੇ ਜਾਣੀ 10 ਜਾਂ 20 ਜਾਂ 100 ਮੰਜ਼ਿਲ ਦਾ ਸਿਰ ਤੇ ਬੋਝ ਉਹਨਾਂ ਦੇ ਹੁੰਦਾ, ਉਹਨਾਂ 'ਚ ਵੀ ਉਹਨਾਂ ਦੀ ਔਰਤ ਦਾ, ਕਿਉਂਕਿ ਉਦੋਂ ਵੀ ਥੱਲੇ, ਉਹਨਾਂ ਤੋਂ ਵੀ ਅੱਗੇ ਉਹਨਾਂ ਦੇ ਬੱਚੇ ਦਾ, ਜਿਹਦੀ ਕੋਈ ਐਗਜ਼ਿਸਟੈਂਸ ਨਹੀਂ। ਇਸ ਲਈ ਇਹ ਜਿਹੜਾ ਸਮਾਜਿਕ ਤੌਰ 'ਤੇ ਸੈਂਕਸ਼ਨ ਕਰ ਦੇਣਾ ਅੱਪਰ ਕਾਸਟ ਵੱਲੋਂ, ਖਾਸ ਕਰ ਬ੍ਰਹਿਮਨਿਕਲ ਆਈਡੀਓਲੋਜੀ ਦੇ ਤਹਿਤ, ਕੁਝ ਬੰਦੇ ਆ, ਕੁਝ ਅਰਧ ਬੰਦੇ ਆ, ਕੁਝ ਬੰਦੇ ਹੀ ਨਹੀਂ।
ਜਿਹੜੇ ਦਲਿਤ ਹੈਗੇ ਉਸ ਦੇ ਵਿਰੁੱਧ ਲੜਾਈ ਦੇਣਾ ਬਹੁਤ ਕਠਿਨ ਇਸ ਲਈ ਬਣ ਜਾਂਦਾ ਕਿ ਇੱਕ ਤੇ ਧਾਰਮਿਕ ਸੈਂਕਟਿਟੀ ਹੈਗੀ ਇਸ ਗੱਲ ਨੂੰ ਕਿ ਤੁਸੀਂ ਤਾਂ ਸਿਸਟਮ ਤੋੜਨ ਚੱਲੇ, ਤੁਸੀਂ ਤਾਂ ਦੇਸ਼ ਭਗਤਾਂ ਨੂੰ ਥੱਲੇ ਖਿੱਚਣ ਚੱਲੇ। ਦੂਸਰਾ ਉਹਨਾਂ ਨੂੰ ਨਪੀੜ ਕੇ ਤੇ ਥੱਲੇ ਲਤਾੜ ਕੇ ਇੰਨਾ ਰੱਖਿਆ ਜਾਂਦਾ, ਟਾਈਮ ਹੀ ਨਹੀਂ ਲੱਗਦਾ ਉਹ ਇਸ ਗੱਲ ਬਾਰੇ ਸੋਚ ਸਕਣ। ਔਰ ਉਹਨਾਂ ਨੂੰ ਆਪਸ ਵਿੱਚ, ਹੁਣ ਪੰਜਾਬ ਦੇ ਵਿੱਚ 39 ਜਾਤਾਂ ਹੈਗੀਆਂ, ਉਹਨਾਂ ਨੂੰ ਸਾਰਿਆਂ ਨੂੰ ਸ਼ਡਿਊਲਡ ਕਾਸਟ ਕਹਿੰਦੇ ਆ, ਹੈ ਨਾ, ਜਿਨ੍ਹਾਂ ਨੂੰ ਸਾਰਿਆਂ ਨੂੰ ਰਿਜ਼ਰਵੇਸ਼ਨ ਮਿਲਦੀ। ਉਹ 39 ਦੀਆਂ 39 ਦੀ ਆਪਸ ਵਿੱਚ ਦਰਜਾਬੰਦ ਹੈਗੀਆਂ, ਇੱਕ ਉੱਪਰ ਆ, ਜਾਣੀ ਆਹ ਧਰਮੀ ਸਭ ਤੋਂ ਉੱਪਰ ਆ, ਉਦੋਂ ਥੱਲੇ, ਉਦੋਂ ਥੱਲੇ, ਉਦੋਂ। ਉਹ ਵੀ ਇੱਕ ਦੂਜੇ ਨਾਲ ਵਿਆਹ ਨਹੀਂ ਕਰਦੇ, ਉਹ ਵੀ ਇੱਕ ਦੂਜੇ ਤੋਂ ਬਿਲਕੁਲ ਅਲੱਗ ਰਹਿੰਦੇ ਆ। ਇਹ ਜਿਹੜੀ ਆਈਡੀਆਲੋਜੀ ਦਿੱਤੀ ਹੈ, ਵਿਚਾਰਧਾਰਾ ਦਿੱਤੀ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ, ਜਾਣੀ ਹਿਊਮਨ ਰਾਈਟਸ ਤੇ ਕੀ ਦੇਣੇ ਆ, ਜਾਣੀ ਉਲਟਾ ਕਿ ਹਿਊਮਨ ਰਾਈਟਸ ਜਿਹੜੇ ਆ ਉਹਨਾਂ ਦੀ ਤਬਾਹੀ ਦਾ ਕਾਰਨ ਸਾਡੇ ਸਿਸਟਮ 'ਚ ਪਿਆ। ਔਰ ਸੰਸਥਾਗਤ ਲਗਾਤਾਰ ਉਹ ਰੀਪਰੋਡਿਊਸ ਵੀ ਹੁੰਦਾ, ਉਹ ਜਾਤੀ ਦੇ ਬਾਈ ਬਰਥ ਰੀਪਰੋਡਿਊਸ ਹੋਈ ਜਾਂਦਾ, ਹੋਈ ਜਾਂਦਾ, ਹੋਈ ਜਾਂਦਾ। ਇਸ ਨੂੰ ਤੋੜਨਾ ਬਹੁਤ ਕਠਿਨ ਕੰਮ ਹੈ। ਇਸੇ ਕਰਕੇ ਜਿੰਨੇ ਧਰਮਾਂ ਨੇ, ਸੰਸਥਾਵਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਆਪਸ ਵਿੱਚ ਟੁੱਟ ਗਏ ਅੰਦਰੋਂ। ਇਸ ਲਈ ਵੀ ਨਹੀਂ ਟੁੱਟਦਾ ਕਿਉਂਕਿ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਵੀ ਫ੍ਰੀ ਲੇਬਰ ਹਰ ਕਿਸੇ ਨੂੰ ਚੰਗੀ ਲੱਗਦੀ ਆ। ਸਾਡੇ, ਮੈਂ ਲਾਸਟ ਗੱਲ ਇੱਥੇ ਕਹਿੰਦਾ, ਤੁਸੀਂ ਫਿਰ ਸਵਾਲ ਕਰ ਲਿਓ ਜੇ ਹੋਇਆ ਤੇ। ਇੱਥੇ ਜਿਹੜੇ ਮਿਡਲ ਕਲਾਸ, ਲੋਅਰ ਮਿਡਲ ਕਲਾਸ ਦੀ 30,000 ਰੁਪਈਆ ਤਨਖਾਹ ਚੰਡੀਗੜ੍ਹ ਦੇ ਵਿੱਚ, ਉਹਨੇ ਵੀ 5 ਮਜ਼ਦੂਰ ਰੱਖੇ ਆ। ਇੱਕ ਮਾਲੀ 200 ਰੁਪਈਆ ਮਹੀਨੇ ਦਾ, ਇੱਕ ਕਾਰਾਂ ਧੋਣ ਵਾਲਾ, ਕਾਰ ਧੋਣ ਵਾਲਾ 150 ਰੁਪਈਆ ਮਹੀਨੇ ਦਾ ਜਾਂ 200 ਰੁਪਈਆ ਮਹੀਨੇ ਦਾ, ਇੱਕ ਧੋਬੀ 400-500 ਰੁਪਈਆ ਮਹੀਨੇ ਦਾ, ਇੱਕ ਕੂੜਾ ਚੁੱਕਣ ਵਾਲਾ 150 ਰੁਪਈਆ ਮਹੀਨੇ ਦਾ, ਜਾਣੀ ਫਿਰ ਇੱਕ ਪੋਚਾ ਲਾਉਣ ਵਾਲੀ 700 ਰੁਪਈਆ ਮਹੀਨੇ ਦੀ, ਠੀਕ। ਰੋਟੀ ਪਕਾਉਣ ਵਾਲੀ ਜੇ ਨਾਲ ਰੋਟੀ ਵੀ ਪਕਾਉਣੀ ਫਿਰ 1500 ਰੁਪਈਆ। ਜਾਣੀ ਤੁਸੀਂ ਕੁੱਲ ਮਿਲਾ ਕੇ 2,500-3 ਹਜ਼ਾਰ 'ਚ 5 ਮਜ਼ਦੂਰ ਰੱਖ ਸਕਦੇ ਆ। ਜਦ ਕਿ ਇੰਗਲੈਂਡ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਅੱਜ ਤੋਂ 12 ਸਾਲ ਪਹਿਲਾਂ ਵੀ 1 ਘੰਟੇ ਦੀ, ਇੱਕ ਮਜ਼ਦੂਰ ਦੀ 1 ਘੰਟੇ, ਇਹ ਮੈਂ ਮਹੀਨੇ ਦਾ ਦੱਸ ਰਿਹਾ, ਉੱਥੇ 1 ਘੰਟੇ ਦੀ 2,000 ਰੁਪਈਆ ਤਨਖਾਹ ਸੀ। ਇਹ ਕਿਵੇਂ ਬਚੂ ਸਾਡਾ ਸਮਾਜ? ਸਾਡਾ ਸਮਾਜ ਰਹਿਣ ਦੇ ਲਾਇਕ ਤੇ ਨਹੀਂ ਹੈ। ਸਾਨੂੰ ਗੁੱਸਾ ਵੀ ਬਹੁਤ ਹੈ, ਪਰ ਇੱਥੇ ਹੀ ਲੜਾਂਗੇ, ਇੱਥੇ ਮਰਾਂਗੇ। ਇਹ ਜੰਜੀਰਾਂ ਜਦ ਤੱਕ ਗੁਰੂ ਨਾਨਕ ਦੇਵ ਜੀ ਨੇ ਤੋੜਨ ਦੀਆਂ ਕੋਸ਼ਿਸ਼ ਕੀਤੀਆਂ, ਕਬੀਰ ਜੀ ਨੇ, ਫਰੀਦ ਜੀ ਨੇ, ਸਾਰਿਆਂ ਨੇ ਤੋੜਨ ਦੀਆਂ ਕੋਸ਼ਿਸ਼ ਕੀਤੀਆਂ, ਹੋਰਨਾਂ ਧਰਮਾਂ ਨੇ ਵੀ ਕੀਤੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਬੁੱਧਿਜ਼ਮ ਨੇ ਕੀਤੀਆਂ। ਅਸੀਂ ਵੀ ਉਹਦੇ ਵਿੱਚ ਜਿੰਨਾ ਵੀ ਚਿੜੀ ਦੀ ਚੁੰਝ ਭਰ ਜਿੰਨਾ ਅਸਰ ਪਾ ਸਕਦੇ ਹਾਂ ਪਾਵਾਂਗੇ, ਪਰ ਇਹ ਹੈ ਬਹੁਤ ਜਕੜ ਮਜ਼ਬੂਤ ਕਿਉਂਕਿ ਇਹਦੇ ਨਾਲ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਪੋਲੀਟੀਕਲ ਹਿੱਤ ਜੁੜੇ ਹੋਏ ਆ ਜਿਹੜੇ ਇਹਨੂੰ ਟੁੱਟਣ ਨਹੀਂ ਦਿੰਦੇ। ਜੀ ਸਰ, ਤੁਸੀਂ ਔਰਤਾਂ ਦੀ ਅਸਮਾਨਤਾ ਦੀ ਵੀ ਗੱਲ ਕੀਤੀ ਹੈ। ਕਿਤੇ ਨਾ ਕਿਤੇ ਇਹ ਮਹਿਸੂਸ ਨਹੀਂ ਹੁੰਦਾ ਕਿ ਜੋ ਔਰਤਾਂ ਨਾਲ ਅਸਮਾਨਤਾ ਹੈ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਪਰਿਵਾਰ ਤੋਂ ਹੀ ਹੁੰਦੀ ਹੈ। ਪਰਿਵਾਰ ਦੇ ਵਿੱਚ ਹੀ ਸਭ ਤੋਂ ਪਹਿਲਾਂ ਕੁੜੀਆਂ ਨੂੰ ਜੋ ਕਹਿ ਲਓ ਕਿ ਜਦੋਂ ਜੰਮਦੀਆਂ ਹੈ ਜਾਂ ਵੱਡੀਆਂ ਹੁੰਦੀਆਂ ਹੈ, ਕਿਤੇ ਨਾ ਕਿਤੇ ਇਹ ਕਾਰਨ ਤਾਂ ਨਹੀਂ ਕਿ ਪਰਿਵਾਰ 'ਚ ਹੀ ਪਹਿਲਾਂ ਉਹਨਾਂ ਨੂੰ ਅਸਮਾਨਤਾ ਦਾ ਵਿਵਹਾਰ ਕੀਤਾ ਜਾਂਦਾ ਹੈ, ਪਰਿਵਾਰ ਤੋਂ ਹੀ ਸਮਾਜ ਬਣ ਜਾਂਦਾ ਹੈ। ਨਹੀਂ, ਇਹ ਠੀਕ ਹੈ। ਜਿਹੜੀ ਕੋਈ ਵੀ ਸਮਾਜ ਦੇ ਅੰਦਰ ਪ੍ਰਕਿਰਿਆ ਹੁੰਦੀ ਹੈ ਜਾਂ ਜਿਹਨੂੰ ਵਿਚਾਰਧਾਰਾ ਕਹਿ ਲਓ, ਜਿਹੜੀ ਕਿਸੇ ਵੇਲੇ ਤੇ ਇਨਕਲਾਬੀ ਹੁੰਦੀ ਆ, ਪਰ ਓਵਰ ਦਾ ਪੈਸੇਜ ਆਫ ਟਾਈਮ ਉਹ ਬਦਲਣੀ ਚਾਹੀਦੀ, ਪਰ ਉਹ ਬਦਲਦੀ ਨਹੀਂ ਕਿਉਂਕਿ ਕੁਝ ਹਿੱਤ ਪੈਦਾ ਹੋ ਜਾਂਦੇ ਆ ਕਿ ਉਹ ਉਸ ਵਿਚਾਰਧਾਰਾ ਤੇ ਜਿਹਨੂੰ ਮੋਦੀ ਜੀ ਕਹਿੰਦੇ ਆ ਪਰਜੀਵੀ, ਪੈਰਾਸਾਈਟ ਬਣ ਜਾਂਦੇ, ਉਹਨਾਂ ਨੂੰ ਉਹਦਾ ਫਾਇਦਾ ਹੁੰਦਾ। ਜਿਵੇਂ ਮੋਦੀ ਜੀ ਖੁਦ ਹੋਣ ਸੱਤਾਜੀਵੀ ਹੈ, ਉਹ ਸੱਤਾ ਤੋਂ ਬਗੈਰ ਨਹੀਂ ਬਚ ਸਕਦੇ, ਉਹ ਸੋਚ ਵੀ ਨਹੀਂ ਸਕਦੇ, ਉਹ ਖਤਮ ਤੇ ਹੋ ਸਕਦੇ ਆ, ਸੱਤਾ ਤੋਂ ਬਾਹਰ ਨਹੀਂ ਜਾ ਸਕਦੇ। ਜਾਣੀ ਇਹ ਸੱਤਾ ਜੀਵੀ ਹੈਗੇ ਆ, ਉਹ ਵੀ ਪਰਜੀਵੀ ਹੈ। ਇਸੇ ਤਰੀਕੇ ਨਾਲ ਸਿਸਟਮ ਦੇ ਵਿੱਚ ਵੀ ਜਿਹੜਾ ਤੁਹਾਡਾ ਇੱਕ ਹਿੱਤ ਬਣ ਜਾਂਦੇ ਹੈ ਕਿ ਤੁਸੀਂ ਉਸ 'ਤੇ ਪੈਰਾਸਾਈਟ ਵਾਂਗੂ ਪਲਦੇ ਆ, ਜਿਹੜੇ ਪਲਦੇ ਆ ਉਹ ਇਹਨੂੰ ਟੁੱਟਣ ਨਹੀਂ ਦਿੰਦੇ ਔਰ ਉਹ ਆਈਡੀਆਲੋਜੀ ਦਾ ਲਗਾਤਾਰ ਪ੍ਰਚਾਰ ਕਰਦੇ ਆ। ਉਹ ਮੰਦਿਰਾਂ 'ਚ ਹੋਊਗਾ, ਹੋ ਸਕਦਾ ਗੁਰਦੁਆਰਿਆਂ 'ਚ ਵੀ ਹੋਵੇ, ਕਹਿਣ ਨੂੰ ਹੈ, ਘਰਾਂ 'ਚ ਉਂਝ ਹੀ ਹੈ ਨਾ। ਹਾਂ, ਉਸ ਜਗ੍ਹਾ ਇਸ ਕਿਸਮ ਦਾ ਪ੍ਰਚਾਰ ਲੋਕਾਂ 'ਚ ਇਸ ਗੱਲ ਦਾ ਫੈਲਦਾ ਆ ਔਰ ਉਸ ਦੀ ਜਿਹੜੀ ਐਕਚੁਅਲ ਪ੍ਰਕਿਰਿਆ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹਨੂੰ ਲਾਗੂ ਕਰਦੀਆਂ ਮਾਵਾਂ। ਮਾਵਾਂ ਕਿਉਂ ਕਰਦੀਆਂ? ਕਿਉਂਕਿ ਮਾਵਾਂ ਖੁਦ ਉਸ ਗੱਲ ਨੂੰ ਉਹਨੂੰ ਸਿਖਾਇਆ ਹੀ ਨਹੀਂ ਗਿਆ, ਕਦੀ ਉਹਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਕਿ ਉਹ ਕਹੇ ਕਿ ਮੇਰਾ ਕੰਮ ਆ, ਮੈਂ ਵੀ ਤੁਹਾਡੇ ਬਰਾਬਰ ਹੈਗੀ ਹਾਂ। ਉਹ ਅਸਰਸ਼ਨ ਇਸ ਕਰਕੇ ਨਹੀਂ ਆਉਂਦੀ ਕਿ ਜਦੋਂ ਉਹ ਕਹਿੰਦੀ ਹੈ ਤੇ ਨਾਲ ਦੀਆਂ ਆਂਢ ਗੁਆਂਢ ਸਾਰਾ ਇਕੱਠਾ ਹੋ ਕੇ ਕਹਿੰਦੀਆਂ ਇਹ ਤੇ ਵਿਗੜ ਗਈ ਆ, ਇਹਦਾ ਤੇ ਦਿਮਾਗ ਠੀਕ ਕਰਾਓ, ਇਹਨੂੰ ਤੇ ਕੋਈ ਭੂਤ ਚੰਬੜਿਆ ਜਾਂ ਚੜੇਲ ਚੰਬੜ ਗਈ, ਇਹਨੂੰ ਕਿਸੇ ਨੇ ਕੋਈ ਜਾਦੂ ਟੂਣਾ ਕਰਤਾ। ਨਹੀਂ ਤੇ ਔਰਤ ਦਾ ਕੀ ਕੰਮ ਹੈ ਇੰਝ ਬੋਲਣਾ, ਉਹਦਾ ਕੀ ਕੰਮ ਹੈ ਅੱਖ ਚੁੱਕ ਕੇ ਗੱਲ ਕਰਨਾ, ਇਹ ਤੇ ਔਰਤ ਨਹੀਂ ਰਹੀ, ਇਹਦਾ ਤੇ ਕੋਈ ਇਲਾਜ ਕਰੋ। ਤੇ ਉਹ ਆਪਣੇ ਮੁੰਡੇ ਨੂੰ ਕਹਿੰਦੀ ਆ ਲਾ ਇਹਦੇ 4 ਸੋਟੇ ਵੀ ਇਹਨੂੰ ਬਰਾਬਰ ਕਰ, ਇਹਦੀ ਅੱਖ ਥੱਲੇ ਕਰ।
ਇਹ ਕੰਮ ਜਿਹੜਾ ਆ ਤਾਂ ਕਿ ਸੱਸ ਨੂੰ ਸੱਚ ਦੀ ਉੱਥੇ ਬਣ ਜਾਂਦੀ ਹੈ। ਇਸ ਕਰਕੇ ਜਿਹੜਾ ਜੈਂਡਰ ਪਰ ਸੇ ਕੁਛ ਨਹੀਂ ਹੈ। ਕੌਣ ਬੰਦਾ ਕਿਹੜੀ ਵਿਚਾਰਧਾਰਾ ਦਾ ਵਿਕਟਮ ਬਣ ਗਿਆ, ਉਹ ਸੱਸ ਵੀ ਉਸ ਵਿਚਾਰਧਾਰਾ ਦੀ ਵਿਕਟਮ ਹੈਗੀ ਆ। ਉਸ ਨੂੰ ਉਸਨੇ ਪਕੜਿਆ ਹੋਇਆ, ਇਸੇ ਕਰਕੇ ਉਹ ਇੰਜ ਸੋਚਦੀ ਹੈ। ਕਿਉਂਕਿ ਉਹ ਸੱਸ ਜਿਹੜੀ ਆ ਉਹ ਆਪਣੇ ਜਿਹੜਾ ਉਹਦਾ ਸਰਕਲ ਆ ਉਹਦੇ ਬਰਾਬਰ ਰਹਿਣਾ ਚਾਹੁੰਦੀ ਆ। ਨਹੀਂ ਤੇ ਉਹਨਾਂ ਨੇ ਕਹਿਣਾ ਆ ਕਾਹਦੀ ਸੱਸ ਆ, ਇਹਦੇ ਕੋਲ ਤੇ ਨੂੰਹ ਵੀ ਕੰਟਰੋਲ 'ਚ ਨਹੀਂ ਰਹਿੰਦੀ, ਅਵਾਰਾ ਹੋਈ ਫਿਰਦੀ ਆ, ਬਰਾਬਰ ਦਾ ਜਾਣੀ ਘੁੰਡ ਵੀ ਨਹੀਂ ਕੱਢਦੀ ਜਾਂ ਅੱਖ ਥੱਲੇ ਕਰਕੇ ਨਹੀਂ ਚੱਲਦੀ ਹੈ, ਤੇ ਇਹੋ ਜਿਹੇ ਕੱਪੜੇ ਪਾਉਂਦੀ ਆ, ਇਹਨੂੰ ਤੇ ਆਪਣਾ ਦੇਖਣਾ ਨਹੀਂ ਆਉਂਦਾ। ਇਹੋ ਜਿਹੀਆਂ ਗੱਲਾਂ ਜਿਹੜਾ ਸਮਾਜਿਕ, ਇਸ ਕਰਕੇ ਕੋਈ ਵਿਚਾਰਧਾਰਾ ਹੁੰਦਾ ਜਿਹੜਾ ਸਮਾਜ ਚੱਲਦਾ ਉਹ ਸਮਾਜਿਕ ਦਬਾਅ ਥੱਲੇ ਚੱਲਦਾ, ਔਰ ਜਿਹੜਾ ਸਮਾਜਿਕ ਦਬਾਅ ਆ ਉਹ ਵਿਚਾਰਧਾਰਾ 'ਚ ਵੱਜਾ ਹੁੰਦਾ, ਔਰ ਜਿਹੜੀ ਉਹ ਵਿਚਾਰਧਾਰਾ ਉਹਨੂੰ ਲਗਾਤਾਰ ਜਿਹੜੀ ਤੁਹਾਡੀ ਡੋਮੀਨੈਂਟ ਕਲਾਸ ਹੈ ਜਾਂ ਉਹ ਗਵਰਨੈਂਸ ਹੈ ਜਾਂ ਗੌਰਮੈਂਟ ਆ ਉਹਨੂੰ ਫੈਲਾਉਂਦੀ ਹੈ। ਉਹ ਸਮਾਜਿਕ ਤਾਣੇ ਬਾਣੇ ਰਾਹੀਂ ਵੀ ਫੈਲਦਾ ਰਹਿੰਦਾ, ਔਰ ਉਹ ਜਿਹੜੀ ਪਕੜ ਆ ਜਿੱਥੇ ਕਿ ਵੀ ਥੋੜ੍ਹੀ ਜਿਹੀ ਲੂਜ਼ ਹੋਣ ਲੱਗਦੀ ਆ ਉਹਨੂੰ ਫੱਟ ਦੇਣੀ, ਪਕੜ ਕੇ ਹੋਰ ਕਰਦੇ ਆ, ਉਹਨੂੰ ਪਕੜ ਲੈਂਦੇ ਆ। ਯੰਗ ਕਪਲ ਜਦੋਂ ਰਨਅਵੇ ਕਪਲ ਜਿਹਨਾਂ ਨੂੰ ਕਹਿੰਦੇ ਇੱਥੇ ਵਿਆਹ ਕਰਾਉਣਾ ਚਾਹੁੰਦੇ ਆ, ਕਿਉਂ ਉਹਨਾਂ ਨੂੰ ਕੁੱਟਣ ਮਾਰਨ ਲੱਗ ਪੈਂਦੇ ਆ ਜੀ। ਉਹਨਾਂ ਨੂੰ ਇਹ ਲੱਗਦਾ ਕਿ ਜੇ ਇੱਕ ਵਾਰੀ ਮਾੜੀ ਜੀ ਇਹ ਰਾਹ ਖੁੱਲ੍ਹ ਗਿਆ ਤੇ ਨਾਲ ਦੇ ਆਂਢੀ ਗੁਆਂਢੀ ਸੋਚਦੇ ਸਾਡੀਆਂ ਕੁੜੀਆਂ ਵੀ ਭੱਜਣ ਲੱਗ ਜਾਣਗੀਆਂ। ਉਹ ਸਾਰੇ ਇਕੱਠੇ ਹੋ ਜਾਂਦੇ ਵੀ ਇਹਨੂੰ ਪਹਿਲਾਂ ਆਹ ਜਿਹੜੀ ਬਾਗੀ ਕੁੜੀ ਆ ਇਹਨੂੰ ਇਹਦੀਆਂ ਲੱਤਾਂ ਭੰਨੋ। ਬਿਲਕੁਲ, ਕਿਉਂਕਿ ਸਾਰੇ ਇਹ ਸਮਝ ਗਏ ਹੁਣ ਤੁਸੀਂ ਸਮਾਜ ਦੀ ਪਕੜ ਕਿੰਨੀ ਜ਼ਿਆਦਾ ਹੁੰਦੀ। ਇਹ ਇੰਡੀਵਿਜੂਅਲ ਨਹੀਂ ਹੈ। ਮੈਂ ਇਸੇ ਕਰਕੇ ਜੇ ਕੋਈ ਇੰਡੀਵਿਜੂਅਲ ਕਿਸੇ ਆਪਣੇ ਪਰਿਵਾਰ ਨੂੰ ਗੋਲੀ ਨਾ ਮਾਰ ਦਿੰਦਾ, ਬੱਚਿਆਂ ਨੂੰ ਮਾਰ ਦਿੰਦਾ ਕਿ ਮੈਨੂੰ ਕੁੜੀ ਆਪਣੀ ਵਾਈਫ ਹੈ ਲੂਜ਼ ਕਰੈਕਟਰ ਲੱਗਦੀ ਸੀ, ਆ ਰੋਜ਼ ਆਉਂਦੇ ਅਖਬਾਰਾਂ 'ਚ, ਉਹ ਇਹ ਸਮਝ ਨਹੀਂ ਪਾਉਂਦੇ ਕਿ ਇਹ ਗੱਲਾਂ ਜਿਹੜੀਆਂ ਬੜੀਆਂ ਛੋਟੀਆਂ ਹੁੰਦੀਆਂ। ਉਹ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਪਿਆਰ ਨਹੀਂ ਕਰਦੇ, ਇਸ ਕਰਕੇ ਉਹਨਾਂ ਨੂੰ ਲੱਗਦਾ ਯਾਰ ਮੇਰੇ ਆਪਣੇ ਹੀ ਦੋਸਤ ਮਿੱਤਰ ਕਹਿਣਗੇ ਲੈ ਇਹ ਇੱਕ ਅੰਗਰੇਜ਼ੀ 'ਚ ਟਰਮ ਜੋੜ ਕਰਦੇ ਆ ਹੈਨਪੈਕਟ, ਕਿ ਇਹ ਆਪਣੀ ਬੀਵੀ ਦੇ ਅੱਗੇ ਪੂਛ ਲਾਉਣ ਵਾਲਾ ਹੈ ਨਾ। ਉਹ ਕਹਿੰਦੇ ਯਾਰ ਉਹ 'ਚ ਦਫ਼ਤਰ ਜਾਂਦਾ ਵੀ ਇਹਦਾ ਕੀ ਹੈ, ਉਹਦੇ ਜਿਹੜੇ ਬੰਦਾ ਕਲੀਗ ਹੁੰਦਾ ਇਹਦਾ ਕੀ ਹੈ, ਇਹ ਤਾਂ ਆਪਣੀ ਜਨਾਨੀ ਸਾਹਮਣੇ ਨਹੀਂ ਖੜਾ ਹੋ ਸਕਦਾ, ਉਹ ਤਾਂ ਡਰਦਾ ਜਾ ਕੇ ਘਰ ਚਾਹ ਬਣਾਉਂਦਾ, ਇਹਦੇ ਕੱਪੜੇ ਵੀ ਧੋ ਦਿੰਦਾ ਉਹਦੇ, ਇਹਦਾ ਕੀ ਹੈ, ਇਹ ਤਾਂ ਬੰਦਾ ਹੀ ਨਹੀਂ। ਮਤਲਬ ਉਹ ਜਿਹੜੀ ਆਈਡੀਓਲੋਜੀ ਜਿਹਨੂੰ ਪੈਟਰੀਆਰਕਲ ਸੁਸਾਇਟੀ ਦੇ ਵਿੱਚ ਜਿੱਥੇ ਆਦਮੀ ਪ੍ਰਧਾਨ ਦੇਸ਼ ਹੈਗਾ ਆ, ਜਾਂ ਸਾਰਾ ਸਮਾਜ ਇਸ ਤਰ੍ਹਾਂ ਹੀ ਆ, ਵੈਸਟ ਵਿੱਚ ਵੀ ਹੈ, ਤੇ ਉਸ ਦੇ ਵਿੱਚ ਜਦੋਂ ਵੀ ਔਰਤ ਆਦਮੀ ਦੇ ਹੱਥ ਟੁੱਟੇ ਹੋਇਆ ਕਿਉਂ ਨਹੀਂ ਚਾਹ ਬਣਾ ਸਕਦਾ। ਮੈਂ ਤੇ ਵੀ ਸਾਰੀ ਉਮਰ ਤਾਂ 45 ਸਾਲ ਤੱਕ ਤੇ ਮੈਂ ਪੱਕੀ ਬਣਾਈ ਆ, ਤੇ ਹੁਣ ਵੀ ਬਣਾਉਣਾ ਤੁਹਾਨੂੰ ਚਾਹ ਮੈਂ ਬਣਾ ਕੇ ਪਿਲਾਉਣਾ ਹਮੇਸ਼ਾ, ਤੁਹਾਨੂੰ ਪਤਾ ਹੈ ਕਿ ਨਹੀਂ, ਸੱਚ ਹੈ ਨਾ, ਬਣਾਉਣਾ ਨਾ। ਇਸ ਕਰਕੇ ਕਿ ਸ਼ੁਕਰ ਹੈ ਕਿ ਸਾਡੇ ਘਰ ਦੇਵੀ ਆਈ ਹੈ, ਤੇ ਇਹਦੇ ਇਕੱਲੇ ਮੰਦਰਾਂ 'ਚ ਹੀ ਨਾ ਪੈਰ ਧੋਵੋ, ਜਾਣੀ ਅਸਲ ਮਾਨਿਆਂ 'ਚ ਵੀ ਉਹਦਾ ਕੁਛ ਕਰ ਦਿਆ ਕਰੋ। ਜਿਹੜੀ ਲਹੂ ਮਾਸ ਹੱਡ ਮਾਸ ਦੀ ਦੇਵੀ ਆ ਉਹਦੀ ਵੀ ਕੋਈ ਇੱਜ਼ਤ ਕਰਨੀ, ਸੇਵਾ ਕਰਨੀ। ਇਕੱਲਾ ਮੰਦਰਾਂ ਸਜਾ ਕੇ ਆਪਣਾ ਇਹ ਨਾ ਸਮਝੋ ਕਿ ਤੁਹਾਡੇ ਕਰਮ ਪੂਰੇ ਹੋ ਗਏ ਆ ਤੇ ਜੈ ਮਾਤਾ ਦੀ ਕਹਿ ਕੇ ਬਸ ਪੂਰਾ ਹੋ ਗਿਆ। ਸਿਰਫ ਮੂਰਤੀਆਂ ਤੱਕ ਨਾ ਸੀਮਤ ਰਹਿ ਜਾਣ, ਮੂਰਤੀ ਨਾ ਬਣਾਓ ਇਹਨੂੰ, ਜਿੰਦਾ ਜਿਹੜੀ ਬੋਲਦੀ ਮੂਰਤੀ ਹੈ, ਜਿੰਦਾ ਮੂਰਤੀ ਹੈ, ਉਹਦੇ ਤੇ ਵੀ ਉਹਦੀ ਪੂਜਾ ਕਰਨੀ ਸਿੱਖੋ। ਅਸਲ ਮਾਨਿਆਂ 'ਚ ਤਾਂ ਤਾਂ ਹੋਊਗੀ ਜੇ ਉਹਦੇ ਕੰਮ ਕਰੋਗੇ, ਚਾਰ ਉਹਦੇ ਭਾਈਵਾਲ ਬਣੋਗੇ। ਇਸ ਲਈ ਮੇਰਾ ਖਿਆਲ ਹੈ ਸਮਾਜ ਸਾਡਾ ਜਿਹੜਾ ਭਾਰਤੀ ਸਮਾਜ ਆ ਉਹਦੇ 'ਚ ਬਹੁਤ ਨੁਕਸ ਆ। ਮੇਰੇ ਕੋਲ ਤਾਂ ਸਵੇਰ ਤੋਂ ਸ਼ੁਰੂ ਕਰ ਦੋ ਮੈਂ ਸ਼ਾਮ ਤੱਕ ਇਹ ਗਿਣਾ ਸਕਦਾ ਲਗਾਤਾਰ, ਪਰ ਆਪਾਂ ਫਿਰ ਵੀ ਦੋ ਜਿਹੜੇ ਬਹੁਤ ਜ਼ਿਆਦਾ ਹੈਗੇ, ਇੱਕ ਤੇ ਜਾਤੀਗਤ ਨਫ਼ਰਤ, ਔਰ ਉਹਦੇ ਵਿੱਚ ਪਿੱਛੇ ਸਾਜ਼ਿਸ਼ ਇਹ ਹੈ, ਕਾਂਸਪੀਰੇਸੀ ਇਸ ਗੱਲ ਦੀ ਹੈ ਕਿ ਸਾਰੀ ਸਾਡੀ ਮਿਡਲ ਕਲਾਸ ਨੂੰ ਉਹਨਾਂ ਦੀ ਸਸਤੀ ਲੇਬਰ ਮਿਲਦੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਮਿਡਲ ਕਲਾਸ 2,5-3 ਹਜ਼ਾਰ 'ਚ 5-5 ਨੌਕਰ ਰੱਖ ਸਕਦਾ ਮਹੀਨੇ ਲਈ, ਹੈ ਨਾ, ਤੇ ਹੋਰ ਸੁੱਖ ਸੁਵਿਧਾ ਜੇ, ਤੇ ਉਹ ਕਾਹਨੂੰ ਕਹਿਣਗੇ ਕਿ ਜਾਤੀ ਖਤਮ ਹੋਏ, ਉਹਨਾਂ ਨੂੰ ਤਾਂ ਫਾਇਦਾ ਹੀ ਬਹੁਤ ਆ। ਜੇ ਜਾਤੀ ਟੁੱਟਦੀ ਹੈ ਤੇ ਉਹ ਵੀ ਸਾਡੇ ਵਾਂਗੂ ਕਹਿਣਗੇ ਤੁਸੀਂ ਲੱਗ ਗਿਆ ਸਾਡੇ ਨਾਲ, ਸਾਡਾ ਹੱਕ ਇੱਥੇ ਰੱਖੋ, ਰੌਲਾ ਬਣਨਗੇ। ਹੁਣ ਜਾਤੀ ਦੇ ਦਬਾਅ ਥੱਲੇ ਉਹਨਾਂ ਨੂੰ ਇੱਕ ਲੇਅਰ ਤੇ ਹੋਵੇ ਉਹ ਤੋੜ ਹੀ ਦੇਣ। ਕਿੰਨੀਆਂ ਜਾਤਾਂ ਉਹਦੇ ਦਬਾਅ ਥੱਲਿਓਂ ਵਿਚਾਰੇ ਨਿਕਲਦੇ ਹੁੰਦੇ। ਇਹੀ ਔਰਤ ਦਾ ਹਾਲ ਆ, ਤੇ ਉਹ ਜਿੰਨੀ ਦਬਾ ਕੇ ਰੱਖੀ ਜਾਂਦੀ ਆ। ਇਸੇ ਕਰਕੇ ਜਿੱਥੇ ਪਰਿਵਾਰ ਇੱਕ ਜ਼ਰੂਰਤ ਬਣ ਜਾਂਦੀ ਹੈ, ਜੋ ਪਰਿਵਾਰ ਦੇ ਵਿੱਚ ਰਿਪਰੈਸ਼ਨ ਹੁੰਦਾ, ਜਾਣੀ ਉਹਦੇ 'ਚ ਦਬਾਅ ਤੇ ਉਹਦੇ 'ਚ ਜ਼ੁਲਮ ਢਾਇਆ ਜਾਂਦਾ, ਉਹ ਸਾਰੀ ਕਿਸਮ ਦਾ ਇੱਕ ਅਨਇਕੁਅਲ ਰਿਲੇਸ਼ਨ ਰੱਖਣ ਲਈ, ਕਿ ਨਾ ਬਰਾਬਰੀ ਦੇ ਰਿਸ਼ਤੇ ਨੂੰ ਮੇਨਟੇਨ ਰੱਖਣਾ, ਕਿਸੇ ਦੇ ਹੱਕ ਨੂੰ ਕੱਟਣਾ ਤੇ ਕਿਸੇ ਦੇ ਹੱਕ ਨੂੰ ਬੇਲੋੜਾ ਅੱਗੇ ਕਰਨਾ, ਇਹ ਸਾਰਾ ਹੀ ਸਮਾਜਿਕ ਨਿਆਂ ਦੇ ਨਾਲ ਜੁੜਿਆ ਹੋਇਆ। ਇਹਦੇ ਲਈ ਮਿਨਿਸਟਰੀਆਂ ਦੇ ਐਵੇਂ ਨਾਂ ਦੀਆਂ ਗੱਲਾਂ ਹੁੰਦੀਆਂ, ਉਹ ਤੇ ਖਾਨਾ ਪੂਰਤੀ ਹੁੰਦੀ ਆ। ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਦੱਸੇ ਸਾਡੀ ਅਜੇ ਤੱਕ ਕੀ ਅਚੀਵਮੈਂਟ ਆ, ਕਿੰਨੀਆਂ ਕੁ ਉਹਨਾਂ ਨੇ ਜਾਤੀਗਤ ਚੀਜ਼ਾਂ ਤੋੜ ਕੇ ਰੱਖੀਆਂ, ਜਾਂ ਕਿੰਨੀਆਂ ਕੁ ਔਰਤਾਂ ਨੂੰ ਤੁਸੀਂ ਰਿਜ਼ਰਵੇਸ਼ਨ ਦੇਤੀ, ਬਸ ਜੀ ਹੋ ਗਿਆ। ਜਿਹੜੇ ਦਲਿਤ ਹੈਗੇ ਆ ਜਾਂ ਆਦੀਵਾਸੀ ਹੈਗੇ, ਰਿਜ਼ਰਵੇਸ਼ਨ ਦੇਤੀ ਜੀ ਹੋ ਗਿਆ। ਉਹ ਰਿਜ਼ਰਵੇਸ਼ਨ ਨਾਲ ਫਾਇਦਾ ਕੀ ਹੋਇਆ? ਕਦੀ ਉਹਦੀ ਵੀ ਤੇ ਫੀਡਬੈਕ ਲੈ ਲਓ।
ਜੋ ਜਾ ਕੇ ਸਿਸਟਮ ਦਾ ਹਿੱਸਾ ਬਣ ਗਏ, ਜਿਹੜੇ IAS ਬਣ ਗਏ, ਜਿਹਨੂੰ ਕਾਂਸ਼ੀ ਰਾਮ ਕਹਿੰਦਾ ਸੀਗਾ ਉਹ ਚਮਚੇ ਬਣ ਕੇ ਬੈਠ ਗਏ, ਉਹ ਤਾਂ ਕੁਝ ਕਰਦੇ ਨਹੀਂ। ਇਸ ਲਈ ਰਿਜ਼ਰਵੇਸ਼ਨ ਕੋਈ ਹੱਲ ਨਹੀਂ ਹੈ। ਰਿਜ਼ਰਵੇਸ਼ਨ ਇੱਕ ਰਾਹਤ ਹੈ ਥੋੜ੍ਹੀ ਬਹੁਤ। ਰਿਜ਼ਰਵੇਸ਼ਨ ਹੱਲ ਨਹੀਂ ਹੈ। ਅਤੇ ਵੱਡਾ ਕਦੇ ਜਿਸ ਤਰ੍ਹਾਂ ਹੁਣ ਕਿਸਾਨਾਂ ਦਾ ਚੱਲਿਆ ਨਾ ਪਰਲੂ, ਇਹੋ ਜਿਹੀ ਕੋਈ ਵੱਡਾ ਇੱਥੇ ਮੂਵਮੈਂਟ ਚੱਲੇ, ਬਹੁਤ ਵੱਡੀ ਤਕੜੀ, ਜਿਹੜੇ ਕਹਿਣਗੇ ਅਸੀਂ ਹੁਣ ਪਿੱਛੇ ਨਹੀਂ ਹਟਣਾ, ਮਰ 'ਤੇ ਜਾਵਾਂਗੇ, ਫਿਰ ਇਹਦੇ ਵਿੱਚ ਇਹਦੀਆਂ ਜਿਹੜੀਆਂ ਚੂੜਾਂ ਥੋੜ੍ਹੀਆਂ ਇਸ ਸਿਸਟਮ ਦੀਆਂ ਢਿੱਲੀਆਂ ਹੋ ਸਕਦੀਆਂ ਅਤੇ ਇੱਕ ਨਵੀਂ ਹਵਾ, ਨਵੀਂ ਰਾਹਤ ਮਿਲ ਸਕਦੀ ਹੈ ਸਾਡੇ ਸਮਾਜ ਦੇ ਅੰਦਰ ਉਸ ਵੱਡੇ ਹਿੱਸੇ ਨੂੰ ਜਿਹਨੂੰ ਅਜੇ ਤੱਕ ਮਨੁੱਖੀ ਜੀਵਨ ਜੀਣ ਦੀ ਲੋੜ ਨਹੀਂ ਲੱਗਣ ਦਿੱਤੀ। ਜੀ ਬਿਲਕੁਲ। ਮੈਨੂੰ ਤੁਹਾਡੀ ਇਹ ਸਾਰੀ ਗੱਲਬਾਤ ਤੋਂ ਇੱਕ ਗੱਲ ਯਾਦ ਆ ਰਹੀ ਹੈ ਕਿ ਮੈਂ ਕਿਤੇ ਸੁਣਿਆ ਸੀਗਾ ਕਿਸੇ ਨੂੰ ਕਹਿੰਦੇ ਹੋਏ ਕਿ ਔਰਤਾਂ ਨੂੰ ਅਤੇ ਕੰਮ ਵਾਲਿਆਂ ਨੂੰ ਸਿਰੇ ਨਹੀਂ ਚੜ੍ਹਾਈਦਾ, ਇਹਨਾਂ ਨੂੰ ਜ਼ਿਆਦਾ ਮਤਲਬ ਇੰਪੋਰਟੈਂਸ ਨਹੀਂ ਦੇਈਦੀ, ਰਿਸਪੈਕਟ ਨਹੀਂ ਕਰੀਦੀ, ਨਹੀਂ ਤਾਂ ਇਹ ਸਿਰ ਚੜ੍ਹ ਕੇ ਬੋਲਣ ਲੱਗ ਜਾਂਦੇ ਨੇ। ਕਿਉਂ ਆਪਾਂ ਇਹ ਸ਼ਬਦਾਵਲੀ ਜਿਹੜੀ ਹੈ ਉਹ ਵੱਡੇ ਤਬਕਿਆਂ ਲਈ, ਵੱਡੇ ਜਾਤੀ ਵਾਲੇ ਲੋਕਾਂ ਦੇ ਲਈ, ਦੇ ਮਰਦਾਂ ਦੇ ਲਈ ਨਹੀਂ ਵਰਤਦੇ? ਸ਼ਾਇਦ ਇਹੀ ਕਾਰਨ ਹੈ ਕਿ ਕਿਤੇ ਨਾ ਕਿਤੇ ਗੱਲਬਾਤ ਤੋਂ ਜ਼ਾਹਿਰ ਹੁੰਦਾ ਹੈ ਕਿ ਹਜੇ ਵੀ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਸਾਰਾ ਅਨਿਆਏ ਹੈ, ਅਸਮਾਨਤਾ ਹੈ, ਜਿਨ੍ਹਾਂ ਨੂੰ ਬੜੀ ਬੇਬਾਕੀ ਦੇ ਨਾਲ ਅੱਜ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਸਾਡੇ ਨਾਲ ਡਿਸਕਸ ਕੀਤਾ ਹੈ, ਲੋਕਾਂ ਤੱਕ ਪਹੁੰਚਾਇਆ ਹੈ। ਅਤੇ ਅਸੀਂ ਇਹੀ ਗੱਲ ਕਰਾਂਗੇ ਕਿ ਅਸਲ ਵਿੱਚ ਬਹੁਤ ਸਾਰੇ ਲੋਕ ਆਪਣੇ ਰਾਜਨੀਤਿਕ, ਸਮਾਜਿਕ, ਧਾਰਮਿਕ ਹਿੱਤਾਂ ਦੇ ਲਈ ਇਹ ਜੋ ਵੰਡ ਹੈ ਜਾਂ ਅਸਮਾਨਤਾ ਦਾ ਮਾਹੌਲ ਹੈ ਇਹ ਹਮੇਸ਼ਾ ਬਣਾ ਕੇ ਰੱਖਦੇ ਹਨ ਤਾਂ ਜੋ ਉਹਨਾਂ ਦੇ ਜੋ ਸੋੜੇ ਹਿੱਤ ਆ ਉਹ ਹਮੇਸ਼ਾ ਪੂਰੇ ਹੁੰਦੇ ਰਹਿਣ ਅਤੇ ਉਹ ਕਦੇ ਵੀ ਸਮਾਨਤਾ ਨਹੀਂ ਲਿਆਉਣਾ ਚਾਹੁੰਦੇ। ਸਰ, ਜਾਂਦੇ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਇਹਦੇ ਬਾਰੇ ਪਹਿਲਾਂ ਮਾਨਸਿਕ ਤੌਰ 'ਤੇ ਸਾਨੂੰ ਵਿਰੋਧੀ ਵਿਚਾਰਧਾਰਾ ਖੜੀ ਕਰਨੀ ਪਊ। ਉਹ ਗੁਰੂ ਨਾਨਕ ਦੇਵ ਜੀ ਨੇ ਕੀਤੀ, ਕਬੀਰ ਜੀ ਨੇ ਬਗਾਵਤ ਕੀਤੀ, ਬਗਾਵਤਾਂ ਹੁੰਦੀਆਂ ਰਹੀਆਂ, ਫਿਰ ਉਹ ਦਬ ਜਾਂਦੀਆਂ ਕਿਉਂਕਿ ਸਿਸਟਮ ਦਾ ਵਜਨ ਜ਼ਿਆਦਾ। ਸਾਨੂੰ ਉਹੀ ਨਾਨਕ ਪੱਥ 'ਤੇ ਚੱਲਦੇ, ਨਾਨਕ ਰਾਹ ਜਿਹੜਾ ਸਾਨੂੰ ਦਰਸਾਇਆ ਜਾਂ ਸੂਫੀਆਂ ਨੇ ਵੀ ਦਰਸਾਇਆ, ਉਹਦੇ ਫਾਲੋਵਰ ਬਣ ਕੇ ਸਾਨੂੰ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦੀਆਂ। ਇਹ ਜਿੰਨਾ ਮਰਜ਼ੀ ਵੱਡੇ ਹਿਮਾਲਿਆ ਜਿਤਨੇ ਵੱਡੇ ਪਹਾੜ ਜਿੰਨੇ ਇਹ ਕੰਮ ਹੋਣ, ਪਰ ਜੇ ਅਸੀਂ ਛੋਟੀ ਜਿਹੀ ਸ਼ੈਣੀ ਫੜ ਕੇ ਵੀ ਲੱਗੇ ਰਹਾਂਗੇ ਜਨਰੇਸ਼ਨ ਆਫਟਰ ਜਨਰੇਸ਼ਨ, ਇੱਕ ਦਿਨ ਉਹ ਵੱਡਾ ਹਿਮਾਲਿਆ ਪਰਬਤ ਵਿੱਚ ਵੀ ਅਸੀਂ ਮੋਰੀ ਕਰ ਸਕਦੇ ਹਾਂ। ਇਸੇ ਤਰੀਕੇ ਨਾਲ ਸਾਨੂੰ ਇੱਥੇ ਲੱਗੇ ਰਹਿਣਾ ਪਊਗਾ। ਜੀ, ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਨੇ ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਜੋ ਦਿਹਾੜੇ ਮਨਾਏ ਜਾਂਦੇ ਆ ਇਹ ਜਲਦੀ ਖਤਮ ਹੋਣ। ਕਿਉਂਕਿ ਜਦੋਂ ਸਮਾਨਤਾ ਮਿਲ ਜਾਏਗੀ ਤਾਂ ਦਿਹਾੜਿਆਂ ਨੂੰ ਮਨਾਉਣ ਦੀ ਲੋੜ ਪਏਗੀ, ਪਰ ਉਹ ਇੱਕ ਸਕਾਰਾਤਮਕ ਤਰੀਕੇ ਦੇ ਨਾਲ ਦਿਹਾੜੇ ਮਨਾਏ ਜਾਣਗੇ। ਇਸ ਚੀਜ਼ ਨੂੰ ਯਾਦ ਕਰਕੇ ਮਨਾਏ ਜਾਣਗੇ ਕਿ ਸਾਡੇ ਦੇਸ਼ ਦੇ ਵਿੱਚ ਸਾਰਿਆਂ ਨੂੰ ਨਿਆਂ ਮਿਲਦਾ ਹੈ, ਸਮਾਨਤਾ ਮਿਲਦੀ ਹੈ। ਇਸੇ ਆਸ ਦੇ ਨਾਲ ਕਿ ਇਸ ਦੁਨੀਆ ਦੇ ਵਿੱਚ, ਸਾਡੇ ਭਾਰਤ ਵਿੱਚ ਖਾਸ ਕਰਕੇ ਜਾਤੀ ਦੇ ਆਧਾਰ ਦੇ ਉੱਤੇ ਜਾਂ ਵਰਗ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ ਜੋ ਵੀ ਅਸਮਾਨਤਾ ਪਾਈ ਜਾਂਦੀ ਹੈ ਉਸ ਨੂੰ ਜ਼ਰੂਰ ਇੱਕ ਇਨਕਲਾਬੀ ਵਿਚਾਰਧਾਰਾ ਦੂਰ ਕਰੇ। ਇਸੇ ਆਸ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਧੰਨਵਾਦ।